सतनाम श्री वाहिगुरु जी। मारो महला पहला। हर तन संचहु रे जन भाई, सदगुरु सेव रहो सरनाई। हर तन संचहु रे जन भाई, वाहिगुरु जी का खालसा वाहिगुरु जी की फतेह। कोट ब्रह्मंडा दे मालक जुगो जोगी अटल शब्दा अवतार, दसां बादशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार और सत्कार दे नाल अमृत बाणी हर हर तेरी, सुन सुन होवे परम गत मेरी। जलन बुझी शीतल हुए मनुआ, सतगुर का दर्शन पाई जियो। सतगुरां दी पवित्र अमृत बाणी की कथा विचार व्याख्या सो सरमन करके लाहा प्राप्त करो जी। एक बार उच्चारण करो सतनाम श्री वाहिगुरु जी। मारू महला पहला। मारू राग विच पहले पातशाह धन धन सतगुरु श्री गुरु नानक देव साहब जी महाराज शो पावन उपदेश की बख्शिश करते हैं। हर धन संचहो रे जन भाई। हे मेरे भरावो, हरि परमेश्वर का नाम रूपी धन एकत्र करो। सतगुर सेव रहो सरनाई। सतगुरु की सेवा टहल करके सदा ही गुरां की शरण में अस्थित रहो। जिमें किसी की नौकरी करी दी है, नौकरी तो बाद वो पैसे दिंदा है, वो पैसे बैंक दे विच या अपने घर विच जमा करीदे ने कि लोड़ पैण दे काम आउणगे। इसे तरह हे मेरे भरावो, जो सतगुरु दे घर की सेवा करनी है, ये रब दे घर का काम मेहनत मजदूरी मशक्कत करनी है। मशक्कत लहो मजूरियाँ मंग मंग खसम दराहो। जिनी नाम ध्याया गए मशक्कत काल, नानक दे मुख उजले खेती छुट्टी नाल। जिमें मजदूर मेहनत मशक्कत करते ने, बाद विच दिहाड़ी पाउंदे ने। इसे तरह जे तुसी सतगुरु की शरण में रह के सेवा करोगे, टहल करोगे, मेहनत मशक्कत घाल कमाई करोगे, तो प्रभ कालिया किसी का कितिल न गवाई। महाराज तुहानू नाम का खजाना बख्शिश कर देवेगा। वो तुसी नाम जप जप करके जिहड़ा खजाना है परलोक के खर्चे वास्ते एकत्र करो। जिस जगह ते ना डॉलर ना पाउंड ना रुपये ना पैसे ना दराम कोई करंसी नहीं चलती, उस जगह ते जय मात पिता सुत मीत न भाई। मन
ਊਹਾ ਨਾਮ ਤੇਰਾ ਸੰਗ ਸਹਾਈ। ਹੈ ਮੇਰਿਆ ਮਨਾ ਵਾਹਿਗੁਰੂ ਨਾਮ ਉਸ ਜਗ੍ਹਾ 'ਤੇ ਤੇਰੇ ਨਾਲ ਹੋ ਕੇ ਸਹਾਇਤਾ ਕਰੇਗਾ। ਇਸ ਲਈ ਤੂੰ ਗੁਰੂ ਘਰ ਆ ਅਤੇ ਸਵੇਰ ਸ਼ਾਮ ਪਾਠ ਟਾਈਮ ਲਾ। ਦਿਨੇ ਆਪਦੇ ਪੇਟ ਦੇ ਗੁਜ਼ਾਰੇ ਜੋਗਾ ਜੋ ਕਿਰਤ ਵਿਰਤ ਕਰਨੀ ਉਹ ਕਰ। ਇਹ ਪਾਠ ਟਾਈਮ ਗੁਰੂ ਘਰ ਲਾ। ਪਰਲੋਕ ਦਾ ਖਰਚਾ ਤੁਸੀਂ ਬੁੱਧੀ ਰੋ ਪੱਲੇ ਦੇ ਵਿੱਚ ਬੰਨ੍ਹ ਲੈਣਾ ਕਰੋ। ਸਤਿਗੁਰੂ ਦੀ ਸ਼ਰਨ 'ਚ ਰਹਿ ਕੇ ਸੇਵਾ ਕਰੋ, ਘਾਲ ਕਮਾਈ ਕਰੋ। ਸਤਿਗੁਰੂ ਸੇਵ ਰਹੋ ਸਰਨਾਈ। ਸ਼ਰਨ ਦੇ ਵਿੱਚ ਰਹਿਣਾ ਹੈ, ਹੋਰ ਕਿਤੇ ਨਹੀਂ ਜਾਣਾ। ਮਨ ਕਰਕੇ ਨਿਮਰਤਾ ਦੇ ਵਿੱਚ ਰਹਿਣਾ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਚੰਦਿਆ ਵਰ ਪਾਵਣਾ ਹਉਮੈ ਵਿੱਚੋਂ ਜਾਏ। ਤਸ ਕਰ ਚੋਰ ਨਾ ਲਾਗੈ ਤਾਕਾ। ਇਹ ਜਿਹੜਾ ਪ੍ਰਤੱਖ ਧਨ ਹੈ ਇਸ ਨੂੰ ਚੋਰ ਵੀ ਚੁਰਾ ਸਕਦੇ ਨੇ, ਪਾਣੀ ਵੀ ਡੋਬ ਸਕਦਾ ਹੈ, ਅੱਗ ਵੀ ਸਾੜ ਸਕਦੀ ਹੈ। ਇਹਦੇ ਵਿੱਚ ਘਾਟਾ ਵੀ ਪੈਂਦਾ ਹੈ, ਪਰ ਤਿੰਨਾਂ ਨੂੰ ਚੋਰੀ ਕਰਨ ਵਾਲੇ ਚੋਰ ਨਹੀਂ ਲੱਗ ਸਕਦੇ। ਜਿਹੜਾ ਨਾਮ ਰੂਪੀ ਖਜ਼ਾਨਾ ਹੈ ਬਾਹਰੀ ਚੋਰ ਵੀ ਨਹੀਂ ਲੱਗ ਸਕਦੇ ਅਤੇ ਅੰਦਰਲੇ ਕਾਮ ਕ੍ਰੋਧ ਆਦਿਕ ਚੋਰ ਵੀ ਨਹੀਂ ਲੱਗ ਸਕਦੇ। ਧੁਨ ਉਪਜੈ ਸ਼ਬਦ ਜਗਾਇਆ। ਜਿਨ੍ਹਾਂ ਦੇ ਅੰਦਰ ਗੁਰਾਂ ਦੇ ਉਪਦੇਸ਼ ਦੁਆਰਾ ਅਜਪਾ ਜਾਪ ਦੀ ਧੁਨੀ ਪ੍ਰਗਟ ਹੋ ਗਈ ਹੈ ਅਤੇ ਗੁਰਾਂ ਨੇ ਜਿਨ੍ਹਾਂ ਦੇ ਮਨ ਨੂੰ ਗਿਆਨ ਅਵਸਥਾ ਵਿੱਚ ਜਗਾ ਦਿੱਤਾ ਹੈ। ਏਕ ਓੰਕਾਰ ਨਿਰਾਲਮ ਰਾਜਾ। ਇਹ ਅਦਵੈਤ ਸਰੂਪ ਬ੍ਰਹਮ ਤੂੰ ਅਸੰਗ, ਕਿਸੇ ਦੇ ਆਸਰੇ ਤੋਂ ਬਿਨਾਂ ਅਤੇ ਸਭ ਦਾ ਰਾਜਾ ਰਾਇਆ ਪ੍ਰਕਾਸ਼ ਰੂਪ ਹੈ। ਤੂੰ ਆਪ ਸਵਾਰ ਹੈ ਜਨ ਕੀ ਕਾਜਾ। ਤੂੰ ਆਪਣੇ ਭਗਤ ਜਨਾਂ ਦੇ ਕੰਮਾਂ ਨੂੰ ਆਪ ਹੀ ਸੁਭਾਰਨਾ ਕਰਦਾ ਹੈ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਅਮਰ ਅਡੋਲ ਅਪਾਰ ਅਮੋਲਕ। हे परमात्मा तू मौत तो रहत है, डोलन तो रहत है, पारावार तो रहत है ਅਤੇ ਬੇਕੀਮਤ ਹੈ। ਹਾਰੇ ਅਸਥਿਰ ਥਾਨ ਸੁਹਾਇਆ। हे ਹਰੀ ਤੇਰਾ ਸਥਿਤ ਰਹਿਣ ਵਾਲਾ ਤੁਰਿਆ ਪਦ ਰੂਪ ਸੱਚਖੰਡ ਰੂਪ ਅਸਥਾਨ ਸ਼ੋਭਨੀਕ ਹੋ ਰਿਹਾ ਹੈ। ਦੇਹੀ ਨਗਰੀ ਊਤਮ ਥਾਨਾ। ਇਹ ਜਿਹੜੀ ਦੇਹੀ ਕਾਇਆ ਰੂਪ ਨਗਰੀ ਹੈ ਇਹਦੇ ਵਿੱਚ ਅੰਤਹਿਕਰਨ ਰੂਪ ਸ੍ਰੇਸ਼ਟ ਅਸਥਾਨ ਹੈ। ਪੰਜ ਲੋਕ ਵਸਹਿ ਪ੍ਰਧਾਨਾ। ਜਿਸ ਵਿੱਚ ਪੰਜ ਜਿਹੜੇ ਲੋਕ ਨੇ ਮਹਾਤਮਾ ਸ੍ਰੇਸ਼ਟ ਉਹ ਮੁਖੀ ਰੂਪ ਹੋ ਕੇ ਵਸਦੇ ਨੇ। ਜਾਂ ਉਹ ਸੰਤ ਜਨ ਪੰਜ ਲੋਕ ਭਾਵ ਪੰਜਾਂ ਕਾਮ ਆਦਿਕਾਂ ਨੂੰ ਵਸ ਕਰਕੇ ਪ੍ਰਧਾਨ ਮੁਖੀ ਹੋ ਗਏ ਨੇ। ਜਾਂ ਪੰਜ ਸਤ ਸੰਦੋਖ ਦਇਆ ਧਰਮ ਵਿਚਾਰ ਇਹ ਗੁਣ ਉਹਨਾਂ ਦੇ ਹਿਰਦੇ ਵਿੱਚ ਵਸਦੇ ਨੇ, ਜਿਸ ਕਰਕੇ ਉਹ ਸਾਰਿਆਂ ਵਿੱਚੋਂ ਪ੍ਰਧਾਨ ਹੋ ਗਏ ਹਨ। ਉਪਰ ਏਕ ਓੰਕਾਰ ਨਿਰਾਲਮ। ਸਭਨਾਂ ਦੇ ਸਿਰਾਂ ਪਰ ਅਸੰਗ ਆਸਰੇ ਤੋਂ ਰਹਿਤ ਅਦਵੈਤ ਸਰੂਪ ਉਹ ਪ੍ਰਭੂ ਪਰਮਾਤਮਾ ਵਸਦਾ ਹੈ। ਸਮਾਦ ਲਗਾਇਆ। ਉਹਨਾਂ ਸੰਤ ਜਨਾਂ ਨੇ ਅਫੁਰ ਸਰੂਪ ਦੇ ਵਿੱਚ ਸਮਾਧੀ ਨੂੰ ਲਾਇਆ ਹੋਇਆ ਹੈ। ਦੇਹੀ ਨਗਰੀ ਨੌ ਦਰਵਾਜੇ। ਇਸ ਮਨੁੱਖਾ ਦੇਹੀ ਰੂਪ ਨਗਰੀ ਦੇ 9 ਗੋਲਕਾਂ ਰੂਪ ਇਹ 9 ਦਰਵਾਜੇ ਹਨ। ਸਿਰ ਸਿਰ ਕਰਣੈ ਹਾਰੈ ਸਾਜੀ। ਜੋ ਸਿਰ ਬਸਿਰ ਭਿੰਨ ਭਿੰਨ ਰਚਨਹਾਰ ਪ੍ਰਭੂ ਨੇ
ਸਾਜਨਾ ਕੀਤੇ ਹਨ। ਦਸਵੈ ਪੁਰਖ ਅਤੀਤ ਨਿਰਾਲਾ। ਇਹਨਾਂ ਪ੍ਰਤੱਖ 9 ਦਰਵਾਜ਼ਿਆਂ ਦੇ ਉੱਪਰ ਗੁਪਤ ਰੂਪ ਦੇ ਵਿੱਚ ਦਸਮ ਦੁਆਰ ਦੇ ਅੰਦਰ ਪੂਰਨ ਨਿਰਲੇਪ ਅਤੇ ਨਿਆਰਾ ਪ੍ਰਭੂ ਚੇਤਨ ਦੀ ਲਾਟ ਰੂਪ ਹੋ ਕੇ ਵਸਦਾ ਹੈ। ਤੇ ਅਲਖ ਲਖਾਇਆ। ਜਿਸ ਨੇ ਸੰਤ ਜਨਾਂ ਨੂੰ ਆਪ ਹੀ ਆਪਣਾ ਲਖਣ ਤੋਂ ਰਹਿਤ ਸਰੂਪ ਉਹ ਜਨਾ ਦਿੱਤਾ ਹੈ। ਪੁਰਖ ਲੇਖ ਸੱਚੇ ਦੀਵਾਨਾ। ਲੇਖੇ ਤੋਂ ਰਹਿਤ ਪੂਰਨ ਪਰਮੇਸ਼ਰ ਦਾ ਸਾਧ ਸੰਗਤ ਰੂਪ ਇਹ ਸੱਚਾ ਦੀਵਾਨ ਹੈ ਜਾਂ ਸੰਤ ਜਨ ਉਸ ਅਲੇਖ ਪ੍ਰਭੂ ਦੇ ਸੱਚੇ ਦੀਵਾਨ ਭਾਵ ਕੇ ਵਜ਼ੀਰ ਹਨ। ਹੁਕਮ ਚਲਾਏ ਸਚ ਨਿਸ਼ਾਨਾ। ਉਹ ਪਰਮਾਤਮਾ ਸਭ ਨੂੰ ਆਪਣੇ ਹੁਕਮ ਦੇ ਵਿੱਚ ਚਲਾਉਂਦਾ ਹੈ। ਉਸ ਦਾ ਹੁਕਮ ਨਾਮ ਰੂਪ ਪ੍ਰਮਾਣ ਪੱਤਰ ਸਦਾ ਹੀ ਸੱਚਾ ਹੈ। ਇਹ ਜਿਹੜੇ ਅਡੰਡੀ ਕਾਰਡ ਨੇ, ਪਹਿਲੀ ਗੱਲ ਤਾਂ ਕੋਈ ਬਣਾ ਕੇ ਨਹੀਂ ਦਿੰਦਾ, ਦੂਜਾ ਸਾਲ ਕੁ ਬਾਅਦ ਐਕਸਪਾਇਰ ਹੋ ਜਾਂਦੇ ਨੇ। ਤੇ ਪਰ ਜਿਹੜਾ ਮਹਾਰਾਜ ਦੇ ਘਰ ਦਾ ਇਹ ਪ੍ਰਮਾਣ ਪੱਤਰ ਹੈ ਆਇਡੈਂਟੀਫਿਕੇਸ਼ਨ ਪ੍ਰੂਫ, ਇਹ ਸਦਾ ਹੀ ਸੱਚਾ ਹੈ। ਮਰਨ ਤੋਂ ਬਾਅਦ ਵੀ ਜਿਹੜਾ ਹਿਰਦਾ ਬਾਣੀ ਪੜ੍ਹਦਾ ਰਿਹਾ ਉਹਦੇ ਹਿਰਦੇ 'ਤੇ ਲਿਖੀ ਜਾਂਦੀ ਹੈ। ਜਿਹੜਾ ਮੱਥਾ ਟੇਕਦਾ ਰਿਹਾ ਗੁਰਬਾਣੀ ਨੂੰ ਉਹਦੇ ਮੱਥੇ 'ਤੇ ਲਿਖੀ ਜਾਂਦੀ ਹੈ। ਜਿਹੜੀ ਰਸਨਾ ਵੱਢਦੀ ਰਹੀ ਹੈ ਉਹ ਰਸਨਾ 'ਤੇ ਉਕਰੀ ਜਾਂਦੀ ਹੈ। ਜਿਹੜੇ ਹੱਥ ਗੁਰੂ ਸਾਹਿਬ ਦਾ ਸੁਖਾਸਨ ਕਰਦੇ ਰਹੇ ਨੇ, ਪ੍ਰਕਾਸ਼ ਕਰਦੇ ਰਹੇ ਨੇ, ਉਹ ਹੱਥ ਜਿਹੜੇ ਨੇ ਉਹ ਚਮਕਣ ਲੱਗ ਪੈਂਦੇ ਨੇ। ਜਿਹਦਾ ਸਮੁੱਚਾ ਸਰੀਰ ਸੰਗਤ ਦੇ ਵਿੱਚ ਬਾਣੀ ਦੀ ਸੇਵਾ ਵਿੱਚ ਹਾਜ਼ਰ ਹੈ, ਉਹਦਾ ਸਾਰਾ ਸਰੀਰ ਉਹ ਲਾਈਟ ਦੀ ਤਰ੍ਹਾਂ ਚਮਕਾਰੇ ਮਾਰਦਾ। ਮਰਨ ਤੋਂ ਬਾਅਦ ਜਦ ਪਰਲੋਕ ਨੂੰ ਰੂਹ ਜਾਂਦੀ ਹੈ, ਇਹੀ ਪ੍ਰਮਾਣ ਪੱਤਰ ਅੱਗੇ ਅਡੰਡੀ ਕਾਰਡ ਪੇਸ਼ ਹੁੰਦਾ ਧਰਮਰਾਜ ਦੀ ਕਚਹਿਰੀ ਵਿੱਚ। ਇਸੇ ਪ੍ਰਕਾਰ ਪੁਰਖ ਅਲੇਖ ਸੱਚੇ ਦੀਵਾਨਾ। ਜੋ ਲੇਖੇ ਤੋਂ ਰਹਿਤ ਪੂਰਨ ਪਰਮੇਸ਼ਰ ਦਾ ਸਾਧ ਸੰਗਤ ਰੂਪ ਸੱਚਾ ਦੀਵਾਨ ਹੈ। ਹੁਕਮ ਚਲਾਏ ਸਚ ਨਿਸ਼ਾਨਾ। ਜੋ ਆਪਣੇ ਆਪ ਨੂੰ ਉਸ ਪ੍ਰਭੂ ਦੇ ਹੁਕਮ ਦੇ ਵਿੱਚ ਚਲਾਉਂਦੇ ਨੇ, ਉਹਨਾਂ ਨੂੰ ਲਖ ਸਰੂਪ ਸੱਚਾ ਨਿਸ਼ਾਨਾ ਪ੍ਰਾਪਤ ਹੋ ਜਾਂਦਾ ਹੈ। ਭਾਵੋ ਜੀਵ ਈਸ਼ ਦੇ ਵਾਚਰਤ ਨੂੰ ਛੱਡ ਕੇ ਤਤਵੰਗ ਦਾ ਸੰਸ਼ੋਧਨ ਕਰਕੇ ਲਕਸ਼ ਭਾਗ ਨੂੰ ਪ੍ਰਾਪਤ ਕਰ ਲੈਂਦੇ ਹਨ। ਨਾਨਕ ਖੋਜ ਲਹੋ ਘਰ ਆਪਣਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਫਰਮਾਉਂਦੇ ਨੇ ਕਿ ਹੇ ਭਾਈ, ਜਿਨ੍ਹਾਂ ਸੰਤ ਜਨਾਂ ਨੇ ਹਰ ਆਤਮ ਰਾਮ ਨਾਮ ਪਾਇਆ। ਸਭ ਦਾ ਆਤਮ ਆਪਣਾ ਆਪ ਰੂਪ ਹਰੇ ਭਰੇ ਕਰਨ ਵਾਲੇ ਰਾਮ ਪਰਮੇਸ਼ਰ ਦਾ ਨਾਮ ਗੁਰਾਂ ਦੁਆਰਾ ਪਾਇਆ ਹੈ। ਉਹਨਾਂ ਨਾਲ ਮਿਲ ਕੇ ਤੁਸੀਂ ਆਪ ਦਾ ਹਿਰਦਾ ਰੂਪੀ ਘਰ ਢੂੰਡ ਕੇ ਖੋਜ ਕੇ ਪਰਮੇਸ਼ਰ ਨੂੰ ਲੱਭ ਲਵੋ, ਪ੍ਰਾਪਤ ਕਰ ਲਵੋ। ਸਰਬ ਨਿਰੰਜਨ ਪੁਰਖ ਸੁਜਾਨਾ। ਉਹ ਪੂਰਨ ਅੰਤਰਜਾਮੀ ਅਤੇ ਸ਼ੁੱਧ ਸਰੂਪ ਪਰਮਾਤਮਾ ਸਾਰਿਆਂ ਵਿੱਚ ਵਿਆਪਕ ਹੈ। ਅਦਲ ਕਰੇ ਗੁਰ ਗਿਆਨ ਸਮਾਨਾ। ਜੋ ਨਿਆਂ ਕਰਦਾ ਹੈ ਗੁਰਾਂ ਦੁਆਰਾ ਗਿਆਨ ਬਖਸ਼ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਜਿਸ ਨੂੰ ਗੁਰਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ਉਹ ਪ੍ਰਭੂ ਦੇ ਸਮਾਨ, ਪ੍ਰਭੂ ਦੇ ਸਦਰਸ਼ ਭਾਵ ਉਸੇ ਦਾ ਹੀ ਸਰੂਪ ਹੋ ਜਾਂਦਾ ਹੈ। ਕਾਮ ਕ੍ਰੋਧ ਲੈ ਗਰਦਨ ਮਾਰੇ। ਫਿਰ ਉਹ ਗੁਰਮੁਖ ਕਾਮ ਕ੍ਰੋਧ ਨੂੰ ਧੌਣੋਂ ਫੜ ਕੇ ਮਾਰਨਾ ਕਰਦਾ ਹੈ। ਧੌਣੋਂ ਫੜਿਆ ਬੰਦਾ ਭੱਜ ਨਹੀਂ ਸਕਦਾ।
ਇਸੇ ਪ੍ਰਕਾਰ ਕਾਮ ਕ੍ਰੋਧ ਲੈ ਗਰਦਨ ਮਾਰੇ। ਫਿਰ ਉਹ ਗੁਰਮੁਖ ਗੁਰਾਂ ਦੇ ਕੋਲੋਂ ਗਿਆਨ ਰੂਪ ਖੰਡਾ ਲੈ ਕੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ, ਉਹਨਾਂ ਦੇ ਸੰਸਕਾਰਾਂ ਵਾਸ਼ਨਾ ਰੂਪੀ ਧੌਣ ਤੋਂ ਪਾ ਮੁੱਢ ਤੋਂ ਹੀ ਮਾਰ ਦਿੰਦਾ ਹੈ ਸੰਸਕਾਰਾਂ ਨੂੰ, ਅਤੇ ਦੇਹ ਦੀ ਜਿਹੜੀ ਹੰਗਤਾ ਹੈ ਹਉਮੈ ਲੋਭ ਚੁਕਾਇਆ। ਦੇਹ ਦੀ ਹੰਗਤਾ ਮਮਤਾ ਅਤੇ ਪਦਾਰਥਾਂ ਦਾ ਲੋਭ ਲਾਲਚ ਹੈ, ਉਹ ਚੁਕਾ ਦਿੰਦਾ, ਦੂਰ ਕਰ ਦਿੰਦਾ ਹੈ। ਸੱਚੈ ਥਾਨ ਵਸੈ ਨਿਰੰਕਾਰਾ। ਸੱਚੇ ਸਾਧ ਸੰਗਤ ਸਰੂਪ ਰੂਪੀ ਅਸਥਾਨ ਵਿੱਚ ਆਕਾਰਾਂ ਤੋਂ ਰਹਿਤ ਪਰਮਾਤਮਾ ਆਪ ਵਸਦਾ ਹੈ। ਆਪ ਪਛਾਣੈ ਸ਼ਬਦ ਵਿਚਾਰਾ। ਜੋ ਸਾਧ ਸੰਗਤ ਵਿੱਚ ਮਿਲ ਕੇ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਦਾ ਹੈ, ਉਹ ਆਪਣੇ ਨਿਜ ਸਰੂਪ ਨੂੰ ਪਹਿਚਾਨ ਲੈਂਦਾ ਹੈ। ਜਾਂ ਜੋ ਗੁਰਾਂ ਦੁਆਰਾ ਬ੍ਰਹਮ ਦੀ ਵਿਚਾਰ ਕਰਦਾ ਹੈ, ਉਹ ਆਪਣੀ ਆਤਮਾ ਨੂੰ ਪਰਮਾਤਮਾ ਰੂਪ ਕਰਕੇ ਪਹਿਚਾਨ ਲੈਂਦਾ ਹੈ। ਸੱਚੈ ਮਹਿਲ ਨਿਵਾਸ ਨਿਰੰਤਰ। ਉਸ ਗੁਰਮੁਖ ਦਾ ਸੱਚ ਸਰੂਪ ਰੂਪੀ ਮਹਲ ਵਿੱਚ ਇੱਕ ਰਸ ਵਾਸਾ ਹੋ ਜਾਂਦਾ ਹੈ। ਆਵਣ ਜਾਣ ਚੁਕਾਇਆ। ਫਿਰ ਉਸਨੇ ਆਪਣਾ ਆਉਣਾ ਜਾਣਾ ਭਾਵ ਜੰਮਣਾ ਮਰਨਾ ਚੁਕਾ ਦਿੱਤਾ, ਨਿਵਰਤ ਕਰ ਦਿੱਤਾ ਹੈ। ਨਾ ਮਨ ਚੱਲੈ ਨਾ ਪੌਣ ਉਡਾਵੈ। ਉਸ ਗੁਰਮੁਖ ਦਾ ਮਨ ਸੰਕਲਪਾਂ ਵਿਕਲਪਾਂ ਵਿੱਚ ਤੁਰਦਾ ਨਹੀਂ ਹੈ, ਅਤੇ ਵਾਸ਼ਨਾ ਰੂਪੀ ਹਵਾ ਇਹ ਵੀ ਉਡਾ ਨਹੀਂ ਸਕਦੀ। ਜੋਗੀ ਸਬਦਾ ਨਾ ਹਦਵਾਵੈ। ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜਿਆ ਹੋਇਆ ਗੁਰਮੁਖ ਉਹ ਬ੍ਰਹਮ ਨੂੰ ਇੱਕ ਰਸ ਵਜਾਉਂਦਾ ਭਾਵ ਪ੍ਰਗਟ ਕਰ ਲੈਂਦਾ ਹੈ, ਜਾਂ ਗੁਰਾਂ ਦੇ ਉਪਦੇਸ਼ ਨੂੰ ਇੱਕ ਰਸ ਉਚਾਰਨ ਕਰਦਾ ਹੈ। ਪੰਜ ਸ਼ਬਦ ਝੁਣਕਾਰ ਨਿਰਾਲਮ। ਉਹ ਪੰਜ ਪ੍ਰਕਾਰ ਦੀ ਵਾਜੀਆਂ ਵੀਣਾ ਜਾਂ ਸਤਾਰ, ਢੋਲ, ਛੈਣੇ, ਨਗਾਰਾ, ਤੁਤੀ ਦੀ ਛਣਕਾਰ ਤੋਂ ਅਸੰਗ ਹੋ ਜਾਂਦਾ ਹੈ, ਜਾਂ ਉਹਦੇ ਅੰਦਰ ਬ੍ਰਹਮਾਕਾਰ ਬਿਰਤੀ ਵਿੱਚ ਪੰਜ ਚੇਤਨ ਬ੍ਰਹਮ ਦੀ ਝੁਣਕਾਰ ਪੈਣ ਕਰਕੇ ਉਹ ਅਸੰਗ ਹੋ ਜਾਂਦਾ ਹੈ, ਅਤੇ ਪਰਮੇਸ਼ਰ ਉਹ ਆਪ ਖੁਦ ਹੀ ਪ੍ਰਭ ਆਪੇ ਵਾਏ ਸੁਣਾਇਆ। ਉਹ ਪਰਮਾਤਮਾ ਆਪ ਹੀ ਅਨਹਦ ਧੁਨੀ ਨੂੰ ਮਜ਼ਾ ਕੇ ਇਹਦੀ ਝੁਣਕਾਰ ਸੁਣਾਉਣਾ ਕਰਦਾ ਹੈ। ਭਾਉ ਬੈਰਾਗਾ ਸਹਿਜ ਸਮਾਤਾ। ਜਿਸ ਨੇ ਪਰਮਾਤਮਾ ਦਾ ਭੈ ਧਾਰਨ ਕੀਤਾ ਹੈ, ਉਸ ਨੂੰ ਵਿਸ਼ਿਆਂ ਵੱਲੋਂ ਵੈਰਾਗ ਹੋ ਗਿਆ ਹੈ, ਅਤੇ ਉਸ ਦਾ ਮਨ ਸ਼ਾਂਤ ਸਰੂਪ ਦੇ ਵਿੱਚ ਸਮਾ ਜਾਂਦਾ ਹੈ। ਹਉਮੈ ਤਿਆਗੀ ਅਨਹਦ ਰਾਤਾ। ਉਸ ਨੇ ਹੰਗਤਾ ਮਮਤਾ ਤਿਆਗ ਦਿੱਤੀ ਹੈ, ਅਤੇ ਉਹ ਹੱਦ ਤੋਂ ਰਹਿਤ ਪਰਮਾਤਮਾ ਦੇ ਵਿੱਚ ਰੰਗਿਆ ਜਾਂਦਾ ਹੈ। ਅੰਜਨ ਸਾਰ ਨਿਰੰਜਨ ਜਾਣੈ। ਜੋ ਗੁਰਾਂ ਦੁਆਰਾ ਗਿਆਨ ਰੂਪ ਸੁਰਮੇ ਨੂੰ ਆਪਣੇ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਪਾ ਕੇ, ਜਾਂ ਮਾਇਆ ਰੂਪੀ ਕਾਲਖ ਦੇ ਵਿੱਚ ਅਸਲੀ ਨਿਰਲੇਪ ਸ਼ੁੱਧ ਸਰੂਪ ਨੂੰ ਜਾਣਦਾ ਹੈ। ਸਰਬ ਨਿਰੰਜਨ ਰਾਇਆ। ਉਹ ਸਾਰੀਆਂ ਵਿੱਚ ਸ਼ੁੱਧ ਸਰੂਪ ਅਤੇ ਰਾਜਾ ਪ੍ਰਕਾਸ਼ ਰੂਪ ਪ੍ਰਭੂ ਨੂੰ ਹੀ ਦੇਖਦਾ ਹੈ। ਜੈ ਦੇਖਾਂ ਤੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲ। ਦੁਖ ਭੈ ਭੰਜਨ ਪ੍ਰਭ ਅਬਿਨਾਸੀ। ਉਹ ਨਾਸ਼ ਤੋਂ ਰਹਿਤ ਪਰਮੇਸ਼ਰ, ਜੰਮਣ ਮਰਨ ਦੇ ਕੁਸ਼ਟ
ਅਤੇ 7 ਪ੍ਰਕਾਰ ਦੇ ਡਰ ਨੂੰ ਨਾਸ਼ ਕਰਨ ਵਾਲਾ ਹੈ। ਰੋਗ ਕੱਟੇ ਕਾਟੀ ਜਮ ਫਾਸੀ। ਉਸ ਪ੍ਰਭੂ ਨੇ ਗੁਰਾਂ ਦੇ ਸ਼ਬਦ ਦੁਆਰਾ ਜਿਸ ਦੇ ਹਉਮੈ ਆਦਿਕ ਦੇ ਰੋਗ ਕੱਟ ਦਿੱਤੇ ਨੇ, ਉਹਦੀ ਯਮਦੂਤਾਂ ਜੰਮਣ ਮਰਨ ਦੀ ਫਾਸੀ ਫਾਹੀ ਇਹ ਵੀ ਕੱਟ ਦਿੱਤੀ ਹੈ। ਨਾਨਕ ਹਰ ਪ੍ਰਭ ਸੋ ਭਉ ਭੰਜਨ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਹਰੇ ਪਰੇ ਕਰਨ ਵਾਲਾ ਜੋ ਪਰਮੇਸ਼ਰ ਹੈ, ਉਹ ਜੰਮਣ ਅਤੇ ਮਰਨ ਦੇ ਡਰ ਨੂੰ ਨਾਸ਼ ਕਰ ਦੇਣ ਵਾਲਾ ਹੈ। ਉਹ ਅਕਾਲ ਪੁਰਖ ਪਰਮਾਤਮਾ ਜੋ ਹੈ ਹਰੇਕ ਪ੍ਰਕਾਰ ਦੇ 7 ਪ੍ਰਕਾਰ ਦੇ ਡਰ ਨੂੰ ਵੀ ਯਹ ਪੈ ਪੈ ਪਰਲੋਕ ਪੈ ਜਨਮ ਵੇਦਨਾ ਜਾਤ ਅਨ ਰਖਿਆ ਰਘੁਪਤ ਪੈ ਅਕਸ ਮਾਤਰ ਪੈ ਸਾਧ ਯਮਦੂਤਾਂ ਦਾ ਭੈ ਵੀ ਨਾਸ਼ ਕਰਨ ਵਾਲਾ ਹੈ। ਗੁਰ ਮਿਲਿਆ ਹਰ ਪ੍ਰਭ ਪਾਇਆ। ਸੋ ਗੁਰਾਂ ਦੇ ਨਾਲ ਮਿਲਣ ਕਰਕੇ ਹੀ ਉਹ ਹਰੇ ਪਰੇ ਕਰਨ ਵਾਲਾ ਪਰਮੇਸ਼ਰ ਪ੍ਰਾਪਤ ਕੀਤਾ ਜਾਂਦਾ ਹੈ। ਕਾਲੈ ਕਵਲ ਨਿਰੰਜਨ ਜਾਣੈ। ਜੋ ਸ਼ੁੱਧ ਸਰੂਪ ਪਰਮਾਤਮਾ ਨੂੰ ਜਾਣ ਲੈਂਦਾ ਹੈ, ਉਹ ਕਾਲ ਰੂਪ ਪਾਣੀ ਵਿੱਚ ਕਮਲ ਫੁੱਲ ਵਾਂਗ ਨਿਰਲੇਪ ਰਹਿੰਦਾ ਹੈ। ਜਾਂ ਕਾਲੀ ਅਗਿਆਨ ਪਾਪਾਂ ਤੋਂ ਕਮਲ ਵਾਂਗ ਨਿਰਲੇਪ ਰਹਿੰਦਾ ਹੈ, ਜਾਂ ਉਹ ਕਾਲ ਨੂੰ ਗ੍ਰਸ ਲੈਂਦਾ ਹੈ। ਭਾਵ ਆਤਮ ਗਿਆਨੀ ਮੌਤ ਨੂੰ ਜਿੱਤ ਲੈਂਦਾ ਹੈ। ਬੁੱਝੈ ਕਰਮ ਸੋ ਸ਼ਬਦ ਪਛਾਣੈ। ਜਿਹੜਾ ਗੁਰਾਂ ਦੀ ਕਿਰਪਾ ਕਰਕੇ ਨਿਸ਼ਕਾਮ ਕਰਮਾਂ ਨੂੰ ਬੁੱਝ ਲੈਂਦਾ ਹੈ, ਉਹ ਬ੍ਰਹਮ ਨੂੰ ਪਹਿਚਾਨ ਲੈਂਦਾ ਹੈ। ਆਪੇ ਜਾਣੈ ਆਪ ਪਛਾਣੈ। ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪਰਮਾਤਮਾ ਆਪ ਹੀ ਗੁਰੂ ਸਰੂਪ ਹੋ ਕੇ ਜੀਵਨ ਦੇ ਅੰਦਰ ਦੀ ਜਾਣਨ ਵਾਲਾ ਹੈ। ਆਪ ਹੀ ਅਧਿਕਾਰੀ ਰੂਪ ਹੋ ਕੇ ਆਪਣੇ ਸਰੂਪ ਨੂੰ ਪਛਾਣਨ ਵਾਲਾ ਹੈ। ਇਸੇ ਪ੍ਰਕਾਰ ਆਪੇ ਜਾਣੈ ਆਪ ਪਛਾਣੈ। ਆਪ ਹੀ ਤਵੰਗ ਦੇ ਲੱਖ ਅਰਥ ਨੂੰ ਜਾਣਨ ਵਾਲਾ ਹੈ। ਆਪ ਹੀ ਤਤਪਦ ਦੇ ਲੱਖ ਅਰਥ ਨੂੰ ਪਹਿਚਾਨਣ ਵਾਲਾ ਹੈ। ਸਭ ਤਿਸ ਕਾ ਚੋਜ ਸਬਾਇਆ। ਜੋ ਸਾਰੀਆਂ ਵਿੱਚ ਆਇਆ ਹੋਇਆ ਸਾਰਾ ਕੁਝ ਤਿਸ ਪਰਮਾਤਮਾ ਦਾ ਹੀ ਕੌਤਕ ਹੈ। ਆਪੇ ਸਾਹੁ ਆਪੇ ਵਣਜਾਰਾ। ਪਰਮਾਤਮਾ ਆਪ ਹੀ ਸ਼ਾਹੂਕਾਰ ਹੈ, ਆਪ ਹੀ ਨਾਮ ਦਾ ਵਣਜ ਵਪਾਰ ਕਰਨ ਵਾਲਾ। ਸੋ ਜਗਿਆਸੂ ਰੂਪ ਹੈ, ਆਪ ਹੀ ਸਤਿਗੁਰੂ ਰੂਪੀ ਸ਼ਾਹੂਕਾਰ ਹੈ, ਆਪ ਹੀ ਸਿੱਖ ਰੂਪ ਵਣਜਾਰਾ ਹੈ। ਆਪੇ ਪਰਖੇ ਪਰਖਣ ਹਾਰਾ। ਉਹ ਪਰਖ ਕਰਨ ਵਾਲਾ ਪਰਮਾਤਮਾ ਆਪ ਹੀ ਜੀਵਾਂ ਦੇ ਚੰਗੇ ਮੰਦੇ ਕਰਮ ਪਰਖਦਾ ਹੈ। ਜਾਂ ਤਤ ਬੇਦਾ ਰੂਪ ਹੋ ਕੇ ਆਪਣੇ ਸੱਚੇਤ ਆਨੰਦ ਸਰੂਪ ਨੂੰ ਪਰਖਦਾ ਹੈ। ਆਪੇ ਕਸ ਕਸਵੱਟੀ ਲਾਏ। ਜਿਵੇਂ ਸੁਨਿਆਰਾ ਕਸਵੱਟੀ ਤੇ ਸੋਨੇ ਨੂੰ ਘਸਾ ਕੇ ਪਰਖਦਾ ਹੈ, ਇਉਂ ਪਰਮਾਤਮਾ ਆਪ ਹੀ ਸਾਧਨਾ ਰੂਪ ਕਸ ਖਿੱਚ ਪਾ ਕੇ ਘਸਾ ਕੇ ਪ੍ਰੀਖਿਆ ਰੂਪ ਕਸਵੱਟੀ ਤੇ ਲਾਉਣਾ ਕਰਦਾ ਹੈ। ਜਾਂ ਕਸ ਕਿਸੇ ਮਨੁੱਖ ਨੂੰ ਭਾਣਾ ਮਨਾਉਣ ਰੂਪ ਕਸਵੱਟੀ ਤੇ ਲਾ ਕੇ ਪਰਖਦਾ ਹੈ। ਆਪੇ ਕੀਮਤ ਪਾਇਆ। ਆਪ ਹੀ ਆਪਣੇ ਸਰੂਪ ਦੀ ਕੀਮਤ ਨੂੰ ਪਾਉਣਾ ਕਰਦਾ ਹੈ। ਆਪ ਦਇਆਲ ਦਇਆ ਪ੍ਰਭ ਧਾਰੀ। ਦਇਆ ਦੇ ਘਰ ਪਰਮਾਤਮਾ ਨੇ ਆਪ ਹੀ ਜਿਸ ਮਨੁੱਖ ਦੇ ਉੱਪਰ ਦਇਆ ਧਾਰੀ ਹੈ। ਘਟ ਘਟ ਰਵ ਰਹਿਆ ਬਨਵਾਰੀ। ਉਸ ਨੂੰ ਇਹ ਨਿਸ਼ਚਾ ਵੱਜ ਜਾਂਦਾ ਹੈ ਕਿ ਘਟਾਂ ਘਟਾਂ ਸਰੀਰਾਂ ਵਿੱਚ ਸੰਸਾਰ ਭਗਦਾ ਵਾਲੀ
ਰੱਬ ਵਿਆਪਕ ਹੋ ਰਿਹਾ ਹੈ। ਪੁਰਖ ਅਤੀਤ ਵਸੈ ਨਹੀਂ ਕੇਵਲਾ। ਉਹ ਪੂਰਨ ਪਰਮਾਤਮਾ ਸਾਰਿਆਂ ਵਿੱਚ ਵਸਦਾ ਹੋਇਆ ਵੀ ਅਸੰਗ ਅਤੇ ਸ਼ੁੱਧ ਸਰੂਪ ਰਹਿੰਦਾ ਹੈ। ਗੁਰ ਪੁਰਖੈ ਪੁਰਖ ਮਿਲਾਇਆ। ਪੂਰਨ ਗੁਰੂ ਨੇ ਹੀ ਉਹ ਵਿਆਪਕ ਪਰਮਾਤਮਾ ਮਿਲਾਇਆ ਹੈ। ਪ੍ਰਭ ਦਾਨਾ ਬਿਨਾ ਗਰਭ ਗਵਾਏ। ਉਹ ਪਰਮੇਸ਼ਰ ਸਭ ਦੀਆਂ ਗੁਪਤ ਗੱਲਾਂ ਦਾ ਗਿਆਤਾ ਹੈ, ਸਭ ਦੇ ਗੁਪਤ ਕੰਮਾਂ ਨੂੰ ਵੇਖਣ ਵਾਲਾ ਹੈ। ਇਹ ਨਿਸ਼ਚਾ ਕਰਕੇ ਜੋ ਆਪਣਾ ਹੰਕਾਰ ਗਵਾ ਲੈਂਦਾ ਹੈ। ਦੂਜਾ ਮਿਟੈ ਏਕ ਦਿਖਾਏ। ਗੁਰੂ ਸਾਹਿਬ ਜੀ ਉਸ ਦੇ ਅੰਦਰੋਂ ਦਵੈਤ ਭਾਵ ਨਿਵਰਤ ਕਰਕੇ ਅਦੁੱਤੀ ਬ੍ਰਹਮ ਵਿਖਾ ਦਿੰਦੇ ਹਨ। ਆਸਾ ਮਾਹੀ ਨਿਰਾਲਮ ਜੋਨੀ। ਆਸਾ ਰੂਪ ਸੰਸਾਰ ਵਿੱਚ ਉਹ ਕਾਰਨ ਰੂਪ ਬ੍ਰਹਮ ਨਿਰਲੇਪ ਰਹਿੰਦਾ ਹੈ। ਕੁਲ ਨਿਰੰਜਨ ਗਾਇਆ। ਫਿਰ ਕੁਲਾਂ ਤੋਂ ਰਹਿਤ ਸ਼ੁੱਧ ਸਰੂਪ ਹੈ, ਜਿਸ ਦੇ ਜਸ ਨੂੰ ਵੇਦਾਂ ਸ਼ਾਸਤਰਾਂ ਮਹਾਤਮਾ ਨੇ ਗਾਇਆ ਹੈ। ਮੈਂ ਮੀਟ ਸਾਬਦ ਸੁਖ ਹੋਈ। ਜੋ ਹੰਗਤਾ ਮਮਤਾ ਨੂੰ ਮੇਟ ਕੇ ਗੁਰਾਂ ਦੇ ਉਪਦੇਸ਼ ਵਿੱਚ ਜੁੜਦਾ ਹੈ, ਉਸ ਗੁਰਮੁਖ ਨੂੰ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ, ਹੁੰਦੀ ਹੈ। ਆਪ ਵਿਚਾਰੇ ਗਿਆਨੀ ਸੋਈ। ਜੋ ਆਪਣੇ ਆਪ ਨੂੰ ਵਿਚਾਰਦਾ ਹੈ ਉਹੀ ਗਿਆਨੀ ਗਿਆਨਵਾਨ ਹੈ। ਨਾਨਕ ਹਰ ਜਸ ਹਰ ਗੁਣ ਲਾਹਾ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫੁਰਮਾਨ ਕਰਦੇ ਨੇ ਕਿ ਹਰੀ ਪਰਮੇਸ਼ਰ ਦੇ ਕੀਰਤਨ ਅਤੇ ਪ੍ਰਭੂ ਦੇ ਗੁਣ ਗਾਉਣ ਵਿੱਚ ਲਾਹਾ ਹੀ ਲਾਹਾ ਹੈ। ਇਹਦੇ ਵਿੱਚ ਘਾਟਾ ਕੋਈ ਨਹੀਂ ਪੈਂਦਾ ਹੈ। ਬਾਕੀ ਦੁਨਿਆਵੀ ਕਾਰ ਵਿਹਾਰ ਉਹ ਘਾਟੇ ਵਾਲੇ ਹਨ। ਹੋਰਨਾਂ ਕੰਮਾਂ ਦੇ ਵਿੱਚ ਘਾਟਾ ਹੈ, ਪਰ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਜੀਓ ਗੁਰਮੁਖਾਂ ਨੂੰ ਨਾਮ ਜਪਣ ਦਾ ਲਾਭ ਹੀ ਲਾਭ ਹੈ। ਸਤ ਸੰਗਤ ਸੱਚ ਫਲ ਪਾਇਆ। ਇਹ ਸਤ ਸੰਗਤ ਦੇ ਵਿੱਚੋਂ ਹੀ ਸੱਚੇ ਦੀ ਪ੍ਰਾਪਤੀ ਰੂਪ ਫਲ ਪਾਇਆ ਜਾਂਦਾ ਹੈ। ਮਾਰੂ ਮਹਲਾ ਪਹਿਲਾ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫੁਰਮਾਨ ਕਰਦੇ ਹਨ। ਸੱਚ ਕਹੋ ਸੱਚੈ ਘਰ ਰਹਿਣਾ। ਹੇ ਭਾਈ, ਜੇ ਤੁਸੀਂ ਇਹ ਸੱਚੇ ਘਰ ਵਿੱਚ ਰਹਿਣਾ ਹੈ, ਨਹੀਂ ਤਾਂ ਹੋਰ ਕੰਮ ਕਰ ਲਓ। ਜੇ ਤੁਸੀਂ ਗੁਰਦੁਆਰੇ ਰਹਿਣਾ ਹੈ ਤੇ ਫਿਰ ਸੱਚ ਬੋਲੋ, ਝੂਠ ਦਾ ਖਹਿੜਾ ਛੱਡ ਦਿਓ। ਮਹਾਰਾਜ ਨੇ ਆਖਿਆ ਹੈ ਕਿ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਬਾਟ ਮੁਰੀਦਾ ਜੋਲੀਏ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਜੇ ਤੁਸੀਂ ਇਸ ਘਰ ਵਿੱਚ ਰਹਿਣਾ ਪਸੰਦ ਕਰਦੇ ਹੋ ਤਾਂ ਫਿਰ ਸੱਚ ਦਾ ਪੱਲਾ ਪਕੜੋ, ਜੋ ਮਰਜ਼ੀ ਹੋ ਜਾਏ, ਝੂਠ ਨਾ ਬੋਲੋ। ਬਸ ਕਰੋ ਭਾਵੇਂ ਥੋੜ੍ਹਾ ਸੇਵਾ ਸਿਮਰਨ, ਪਰ ਜਿਹੜੇ ਨਿਯਮ ਹੁੰਦੇ ਨੇ, ਸਿਧਾਂਤ ਹੁੰਦੇ ਨੇ, ਉਹੀ ਇਨਸਾਨ ਨੂੰ ਸਿੱਖ ਬਣਾਉਂਦੇ ਨੇ। ਜੇ ਸਿਧਾਂਤ ਨਹੀਂ ਹੈ ਤਾਂ ਫਿਰ ਉਹ ਸਿੱਖ ਕਾਹਦਾ? ਸਿੱਖ ਦਾ ਸਭ ਤੋਂ ਵੱਡਾ ਗੁਣ ਹੈ ਵੀ ਉਹ ਝੂਠ ਨਹੀਂ ਬੋਲਦਾ। ਇਸ ਲਈ ਮਹਾਰਾਜ ਕਹਿੰਦੇ ਵੀ ਤੁਹਾਨੂੰ ਬੇਨਤੀ ਹੈ ਕਿ ਸੱਚ ਬੋਲੋ, ਸੱਚ ਉੱਪਰ ਚੱਲੋ। ਇਸੇ ਪ੍ਰਕਾਰ ਸੱਚ ਕਹੋ ਸੱਚੈ ਘਰ ਰਹਿਣਾ। ਜੇ ਤੁਸੀਂ ਸੱਚੇ ਸਾਧ ਸੰਗਤ ਰੂਪੀ ਘਰ ਵਿੱਚ ਰਹਿਣਾ ਪਸੰਦ ਕਰਦੇ ਹੋ ਤਾਂ ਫਿਰ ਸੰਗਤ ਵਿੱਚ ਰਹਿ ਕੇ ਵੀ ਜੇ ਬੰਦੇ ਨੇ ਨਾਮ ਨਹੀਂ ਜਪਿਆ, ਇੱਥੇ ਵੀ ਹੋਰ ਪਾਸੇ ਧਿਆਨ ਲੱਗਾ ਰਿਹਾ,
ਫਿਰ ਇੱਥੇ ਆਉਣ ਦਾ ਫਾਇਦਾ ਕੀ ਹੋਇਆ? ਇਹ ਸੱਚਾ ਨਾਮ ਜਪੋ ਤਾਂ ਹੀ ਆਇਆ ਸਫਲ ਹੈ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਬਣੀਐ। ਨਹੀਂ ਤਾਂ ਆਪਦੇ ਮਾਂ ਪਿਓ ਦਾ ਸਵਾਰੋ, ਕੋਈ ਘਰਦਿਆਂ ਦਾ ਕੰਮ ਕਰੋ, ਮਾੜਾ ਮੋਟਾ ਕੁਝ ਉਹਨਾਂ ਨੂੰ ਫਾਇਦਾ ਹੋਵੇ। ਘਰ ਦਾ ਵੀ ਛੱਡਿਆ ਅਤੇ ਇੱਥੇ ਵੀ ਆ ਕੇ ਕੁਝ ਕੀਤਾ ਨਹੀਂ, ਇਹ ਤਾਂ ਗੱਲ ਬਣਦੀ ਕੋਈ ਨਹੀਂ ਨਾ। ਇਹ ਤਾਂ ਕਬੀਰ ਜੀ ਸੱਚੇ ਨੇ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਹੈ ਨਿਰਮਲ ਨੀਰ। ਭਾਵੇਂ ਗੰਗਾ 'ਤੇ ਆਪਦੀ ਜਾ ਕੇ ਕੋਠੀ ਬਣਾ ਕੇ ਬੈਠ ਜਾਓ, ਜੇ ਵਿੱਚ ਨਹਾਉਣਾ ਹੀ ਨਹੀਂ, ਇਸ਼ਨਾਨ ਹੀ ਨਹੀਂ ਕਰਨਾ, ਤਾਂ ਫਿਰ ਫਾਇਦਾ ਕੀ ਹੋਇਆ ਉੱਥੇ ਜਾਣ ਦਾ? ਕਬੀਰ ਗੰਗਾ ਤੀਰ ਜੋ ਘਰ ਕਰੈ ਹੈ, ਪੀਵੈ ਹੈ ਨਿਰਮਲ ਨੀਰ। ਭਾਵੇਂ ਉਹਦਾ ਜਲ ਵੀ ਛਕਣਾ ਕਰੋ, ਨਿਤ ਇਸ਼ਨਾਨ ਵੀ ਕਰੋ, ਅਤੇ ਜੇ ਉਹਦੇ ਕਿਨਾਰੇ 'ਤੇ ਬੈਠ ਕੇ ਬੰਦਗੀ ਨਹੀਂ ਕੀਤੀ, ਰਾਮ ਦਾ ਨਾਮ ਨਹੀਂ ਜਪਿਆ, ਤਾਂ ਕਬੀਰ ਜੀ ਕਹਿੰਦੇ ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਵੇਂ ਕਬੀਰ। ਭਗਤੀ ਤੋਂ ਬਗੈਰ ਮੁਕਤੀ ਨਹੀਂ ਹੁੰਦੀ ਤੀਰਥ 'ਤੇ ਵੀ। ਤੋ ਇਸ ਲਈ ਤੀਰਥ ਨਾਮਣ ਜਾਓ, ਤੀਰਥ ਨਾਮ ਹੈ। ਉਹ ਨਾਮ ਤਾਂ ਭਾਵੇਂ ਤੁਸੀਂ ਆਪਦੇ ਘਰ ਬੈਠੇ ਹੀ ਜਪੋ, ਉਹੀ ਤੀਰਥ ਹੈ। ਇਸ ਲਈ ਸਾਧ ਸੰਗਤ ਰੂਪੀ ਘਰ ਵਿੱਚ ਰਹਿਣਾ ਤਾਂ ਸਫਲ ਹੈ, ਜੇ ਨਾਮ ਜਪੋ ਜਾਂ ਸੇਵਾ ਕਰੋ। ਜੇ ਸੇਵਾ ਨਹੀਂ ਹੈ, ਨਾਮ ਨਹੀਂ ਹੈ, ਤਾਂ ਕਾਰ ਸੇਵਾ ਵਾਲੇ ਬਾਂਹ ਤੋਂ ਫੜ ਕੇ ਲੰਗਰ 'ਚ ਉਠਾ ਦਿੰਦੇ ਨੇ। ਰੋਟੀ ਕਾਹਦੀ? ਗੁਰਦੁਆਰੇ ਦਾ ਲੰਗਰ ਤਾਂ ਸੇਵਾਦਾਰਾਂ ਲਈ ਅਤੇ ਸਿਮਰਨ ਵਾਲਿਆਂ ਵਾਸਤੇ। ਤੁਹਾਨੂੰ ਕਾਹਦੀ ਰੋਟੀ ਦਈਏ? ਇਸ ਵਾਸਤੇ ਸੇਵਾ ਅਤੇ ਸਿਮਰਨ ਜ਼ਰੂਰੀ ਹੈ ਸੰਗਤ ਦੇ ਵਿੱਚ ਰਹਿਣ ਵਾਸਤੇ। ਇਸੇ ਪ੍ਰਕਾਰ ਸੱਚ ਕਹੋ ਸੱਚੈ ਘਰ ਰਹਿਣਾ। ਜੇਕਰ ਸੱਚਾ ਨਾਮ ਕਰੋਗੇ, ਭਾਵ ਨਾਮ ਜਪੋਗੇ, ਤਾਂ ਹੀ ਸੱਚੇ ਸਰੂਪ ਰੂਪੀ ਘਰ ਵਿੱਚ ਰਹਿਣਾ ਹੋਵੇਗਾ। ਜੀਵਤ ਮਰਹੁ ਭਾਵ ਜਲ ਜਾਗ ਤਰਨਾ। ਜੀਵਤ ਭਾਵ ਵੱਲੋਂ ਮਰਨਾ ਕਰੋ, ਤਾਂ ਹੀ ਪੈਦਾਇਕ ਸੰਸਾਰ ਸਮੁੰਦਰ ਤੋਂ ਤਰਨਾ ਹੋਵੇਗਾ। ਗੁਰ ਬੋਹਿਥ ਗੁਰ ਬੇੜੀ ਤੁਲਹਾ। ਸਤਿਗੁਰੂ ਜੀ ਦੇ ਪਾਸ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਬ੍ਰਹਮ ਗਿਆਨ ਰੂਪੀ ਜਹਾਜ਼ ਹੈ। ਗੁਰੂ ਜੀ ਦੇ ਕੋਲ ਆਸਾ ਰੂਪ ਨਦੀ ਤੋਂ ਪਾਰ ਕਰਨ ਲਈ ਭਗਤੀ ਰੂਪ ਬੇੜੀ ਹੈ। ਰਾਗ ਦਵੈਕ ਸੰਕਲਪ ਵਿਕਲਪ ਰੂਪ ਨਾਲਿਆਂ ਤੋਂ ਪਾਰ ਕਰਨ ਲਈ ਪ੍ਰੇਮ ਰੂਪ ਤੁਲਹ ਹੈ। ਮਨ ਹਰ ਜਪ ਪਾਰ ਲੰਘਾਇਆ। ਇਸ ਲਈ ਜਿਸ ਨੇ ਗੁਰਾਂ ਦੁਆਰਾ ਮਨ ਕਰਕੇ ਹਰੀ ਪਰਮੇਸ਼ਰ ਦਾ ਨਾਮ ਜਪਿਆ, ਉਸ ਨੂੰ ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣਾ ਕੀਤਾ ਹੈ। ਹਉਮੈ ਮਮਤਾ ਲੋਭ ਬਿਨਾਸਨ। ਜਿਨ੍ਹਾਂ ਨੇ ਦੇਹ ਦੀ ਹੰਗਤਾ, ਪਦਾਰਥਾਂ ਦੀ ਮਮਤਾ ਅਤੇ ਲੋਭ ਲਾਲਚ ਨੂੰ ਨਾਸ਼ ਕੀਤਾ ਹੈ। ਨੌ ਦਰ ਮੁਕਤੀ ਦਸਵੈ ਆਸਨ। 9 ਗੋਲਕਾਂ ਦੇ ਵਿਸ਼ਿਆਂ ਤੋਂ ਛੁੱਟੇ ਹੋਏ ਨੇ। ਉਹਨਾਂ ਨੇ 10ਵੇਂ ਦੁਆਰ ਜਾਂ 10ਵੇਂ ਚੇਤਨ ਸਰੂਪ ਦੇ ਵਿੱਚ ਅਸਥਿਤੀ ਪਾਉਣਾ ਕੀਤੀ ਹੈ। ਉਪਰ ਪਰੈ ਪਰੈ ਅਪਰੰਪਰ। 84 ਲੱਖ ਜੋਨ ਤੋਂ ਉੱਪਰ ਮਨੁੱਖਾ ਦੇਹ ਹੀ ਹੈ। ਮਨੁੱਖਾ ਦੇਹ ਤੋਂ ਪਰੇ ਦੇਵਤੇ ਨੇ, ਅਤੇ ਦੇਵਤਿਆਂ ਤੋਂ ਪਰੇ ਬ੍ਰਹਮਾ ਵਿਸ਼ਨੂੰ ਹੈ, ਜੋ ਸਭ ਪ੍ਰਕਿਰਤੀ ਵਿੱਚ ਹੀ ਆਉਂਦੇ ਹਨ। ਜਿਨ ਆਪੇ ਆਪ ਉਪਾਇਆ। ਪਰ ਉਹ ਪਰਮਾਤਮਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਜਿਸ ਪਰਮਾਤਮਾ ਨੇ ਆਪਣੇ ਆਪ ਤੋਂ ਹੀ ਸਾਰਾ ਸੰਸਾਰ ਪੈਦਾ ਕੀਤਾ ਹੋਇਆ ਹੈ। ਗੁਰਮਤਿ ਲੇਵਹੁ ਹਰਿ ਲਿਵ ਤਰੀਐ। ਇਹ ਭਾਈ ਗੁਰੂ ਦੀ ਸਿੱਖਿਆ ਲੈਣੀ ਕਰੋ,
ਫਿਰ ਗੁਰਮਤਿ ਦੁਆਰਾ ਹਰੀ ਪ੍ਰਭੂ ਦੇ ਵਿੱਚ ਮਿਰਤੀ ਜੋੜੋ, ਤਾਂ ਹੀ ਸੰਸਾਰ ਸਮੁੰਦਰ ਤੋਂ ਤਰੀਦਾ ਹੈ। ਆਕਲ ਗਾਏ ਜਾਮਤੇ ਕਿਆ ਡਰੀਐ। ਅਕਲ ਕਲਪਨਾ ਤੋਂ ਰਹਿਤ ਪ੍ਰਭੂ ਦਾ ਜਸ ਗਾਇਨ ਕਰਨ ਨਾਲ ਯਮਦੂਤਾਂ ਤੋਂ ਕੀ ਡਰਨਾ ਹੈ। ਭਾਵ ਜਮਾਂ ਦੀ ਕੋਈ ਵੀ ਕਾਨ ਘਨੌਟ ਨਹੀਂ ਸਹਾਰਨੇ ਪੈਂਦੇ, ਉਹਨਾਂ ਦਾ ਕੋਈ ਵੀ ਭੈ ਨਹੀਂ ਲੱਗਦਾ। ਇਸ ਲਈ ਇੰਜ ਬੇਨਤੀ ਕਰੀਏ ਕਿ ਜਾਤ ਜਾਤ ਦੇਖਾ ਤਾਤ ਤਾਤ ਤੁਮਹੀ। हे परमात्मा जय जय पेखो तै हजूर, दूर कतो न जाई। रब रहिया ਸਰਬਤਰ ਮੈਂ ਮਨ ਸਦਾ ਧਿਆਈ। ਮੈਂ ਜਿੱਥੇ ਜਿੱਥੇ ਵੀ ਵੇਖਦਾ ਉੱਥੇ ਉੱਥੇ ਤੂੰ ਹੀ ਵਿਆਪਕ ਹੈ। ਆਵਰ ਨਾ ਦੁਤੀਆ ਗਾਇਆ। ਸੰਤਾਂ ਮਹਾਤਮਾ ਨੇ ਤੈਥੋਂ ਬਿਨਾ ਹੋਰ ਦੂਜਾ ਕੋਈ ਨਹੀਂ ਗਾਇਆ ਹੈ। ਸੱਚ ਹਰ ਨਾਮ ਸੱਚ ਹੈ ਸਰਣਾ। ਹਰੀ ਪਰਮੇਸ਼ਰ ਦਾ ਨਾਮ ਵੀ ਸੱਚਾ ਹੈ, ਉਹਦੀ ਓਟ ਵੀ ਸੱਚੀ ਹੈ। ਸੱਚ ਗੁਰ ਸ਼ਬਦ ਜੀਤੈ ਲਗ ਤਰਣਾ। ਗੁਰੂ ਸਾਹਿਬ ਜੀ ਦਾ ਉਪਦੇਸ਼ ਵੀ ਸੱਚਾ ਹੈ, ਜਿਸ ਵਿੱਚ ਲੱਗਣ ਕਰਕੇ ਭਾਵ ਉਪਦੇਸ਼ ਮੰਨਣ ਕਰਕੇ ਸੰਸਾਰ ਤੋਂ ਤਰਨਾ ਹੁੰਦਾ ਹੈ। ਅਕਥ ਕਥੈ ਦਿਖੈ ਅਪਰੰਪਰ। ਜੋ ਸ਼ਕਤੀ ਬਿਰਖਦੀ ਕਰਕੇ ਕਥਨ ਤੋਂ ਰਹਿਤ ਪ੍ਰਭੂ ਹੈ, ਉਸ ਨੂੰ ਗੁਰੂ ਸਾਹਿਬ ਜੀ ਲਖਣਾ ਬਿਰਤੀ ਦੁਆਰਾ ਕਥਨ ਕਰਦੇ ਹਨ ਅਤੇ ਸਿੱਖ ਉਸ ਪ੍ਰਕਿਰਤੀ ਦੇ ਪਾਰਵਾਰ ਤੋਂ ਰਹਿ ਪਰਮਾਤਮਾ ਨੂੰ ਦੇਖ ਲੈਂਦਾ ਹੈ। ਹੁਣ ਗਰਭ ਨਾ ਜੂਨੀ ਜਾਇਆ। ਫਿਰ ਉਹ ਸਿੱਖ ਗਰਭ ਜੂਨੀਆਂ ਜਾਂ ਮਾਤਾ ਦੇ ਪੇਟ ਅਤੇ 84 ਲੱਖ ਜੂਨੀਆਂ ਵਿੱਚ ਨਹੀਂ ਜਾਂਦਾ, ਜਾਇਆ ਪੈਦਾ ਨਹੀਂ ਹੁੰਦਾ ਹੈ। ਸੱਚ ਬਿਨ ਸਤ ਸੰਤੋਖ ਨਾ ਪਾਵੈ। हे ਭਾਈ, ਸੱਚੇ ਨਾਮ ਜਾਂ ਸੱਚੇ ਗੁਰਾਂ ਦੇ ਉਪਦੇਸ਼ ਤੋਂ ਬਿਨਾ ਕੋਈ ਵੀ ਸਤ ਸੰਦੋਖ ਆਦਿ ਗੁਣ ਉਹ ਨਹੀਂ ਪਾ ਸਕਦਾ। ਬਿਨ ਗੁਰ ਮੁਕਤ ਨਾ ਆਵੈ ਜਾਵੈ। ਗੁਰਾਂ ਤੋਂ ਬਿਨਾ ਕਲਿਆਣ ਪ੍ਰਾਪਤ ਨਹੀਂ ਹੁੰਦੀ ਅਤੇ ਜੀਵ ਜੰਮਣ ਮਰਨ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਮੂਲ ਮੰਤਰ ਹਰਿ ਨਾਮ ਰਸਾਇਣ। हे ਭਾਈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਨਾਨਕ ਹੋਸੀ ਵੀ ਸਚ। ਇੱਥੋਂ ਤੱਕ ਮੂਲ ਮੰਤਰ ਪਰਮੇਸ਼ਰ ਦਾ ਨਾਮ ਹੀ ਹੈ, ਜੋ ਸਾਰੇ ਰਸਾਂ ਦਾ ਘਰ ਹੈ, ਜਾਂ ਜੋ ਸਭ ਮੰਤਰਾਂ ਦੇ ਮੁੱਢ ਅਤੇ ਰਸਾਂ ਦੇ ਘਰ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ। ਕਹੋ ਨਾਨਕ ਪੂਰਾ ਪਾਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਸਨੇ ਪੂਰਨ ਗਿਆਨ ਪ੍ਰਾਪਤ ਕਰ ਲਿਆ ਹੈ। ਸੱਚ ਬਿਨ ਭਵ ਜਲ ਜਾਇ ਨਾ ਤਰਿਆ। ਇਹ ਭਾਈ, ਸੱਚੇ ਨਾਮ ਜਾਂ ਸੱਚੇ ਗੁਰਾਂ ਤੋਂ ਬਿਨਾ ਸੰਸਾਰ ਸਮੁੰਦਰ ਤਰਿਆ ਨਹੀਂ ਜਾ ਸਕਦਾ। ਇਹੋ ਸਮੁੰਦ ਅਥਾਹੁ ਮਹਾ ਬਿਖ ਭਰਿਆ। ਇਹ ਸੰਸਾਰ ਰੂਪੀ ਸਮੁੰਦਰ ਬਹੁਤ ਡੂੰਘਾ ਹੈ, ਜੋ ਜ਼ਹਿਰ ਵਿਸ਼ਿਆਂ ਨਾਲ ਬਹੁਤ ਸਾਰਾ ਭਰਿਆ ਹੋਇਆ ਹੈ। ਰਹਿ ਅਤੀਤ ਗੁਰਮਤਿ ਲੈ ਉਪਰ। ਜੋ ਸਭ ਸਾਧਨਾਂ ਤੋਂ ਉੱਪਰ ਗੁਰਾਂ ਦੀ ਸਿੱਖਿਆ ਨੂੰ ਲੈ ਕੇ ਸੰਸਾਰ ਤੋਂ ਅਸੰਗ ਰਹਿੰਦਾ ਹੈ। ਹਰ ਨਿਰਭਉ ਕੈ ਘਰ ਪਾਇਆ। ਉਹ ਭੈ ਤੋਂ ਰਹਿਤ
ਪਰਮੇਸ਼ਰ ਦੇ ਸਰੂਪ ਰੂਪੀ ਘਰ ਨੂੰ ਪਾ ਲੈਂਦਾ ਹੈ। ਝੂਠੀ ਜਗ ਹਿਤ ਕੀ ਚਤੁਰਾਈ। ਸੰਸਾਰ ਦੇ ਮੋਹ ਦੀ ਜਿਹੜੀ ਸਿਆਣਪ ਚਤੁਰਾਈ, ਇਹ ਸਭ ਝੂਠੀ ਹੀ ਹੈ। ਬਿਲਮ ਨਾ ਲਾਗੈ ਆਵੈ ਜਾਈ। ਇਸ ਦਾ ਸਾਥ ਟੁੱਟਦਿਆਂ ਦੇਰ ਨਹੀਂ ਲੱਗਦੀ, ਜਿਸ ਵਿੱਚ ਫਸਣ ਕਰਕੇ ਜੀਵ ਜੰਮਣ ਮਰਨ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਨਾਮ ਵਿਸਾਰ ਚੱਲਹਿ ਅਭਿਮਾਨੀ। ਹੰਕਾਰੀ ਪੁਰਖ ਪਰਮੇਸ਼ਰ ਦੇ ਨਾਮ ਨੂੰ ਬੁਲਾ ਕੇ ਦੁਨੀਆ ਤੋਂ ਖਾਲੀ ਹੀ ਤੁਰ ਪੈਂਦੇ ਨੇ। ਪੁਜੈ ਬਿਨ ਸੁਖ ਪਾਇਆ। ਦੁਬਾਰਾ ਫਿਰ ਪੈਦਾ ਹੋ ਕੇ ਨਾਸ਼ ਹੋ ਕੇ ਜਾਂਦੇ ਨੇ। ਇਹ ਉਹਨਾਂ ਨੂੰ ਜੂਨਾ ਜੰਮਣ ਮਰਨ ਦੇ ਚੱਕਰ ਵਿੱਚ ਖਰਾਬ ਕੀਤਾ ਜਾਂਦਾ ਹੈ। ਪੁਜੈ ਬਿਨ ਸਹਿ ਬੰਧਨ ਬੰਦੇ। ਉਹ ਪੈਦਾ ਹੁੰਦੇ ਤੇ ਨਾਸ਼ ਹੁੰਦੇ ਰਹਿੰਦੇ ਨੇ, ਤੇ ਕਰਤਾ ਭੋਗਤਾ ਜੰਮਣ ਮਰਨ ਦੇ ਬੰਧਨ ਜੰਜਾਲਾਂ ਵਿੱਚ ਬੰਨੇ ਰਹਿੰਦੇ ਨੇ, ਜਾਂ ਬੰਧਨਾਂ ਵਿੱਚ ਬੱਝੇ ਹੋਏ ਜੰਮਦੇ ਵਰਦੇ ਰਹਿੰਦੇ ਹਨ। ਹਉ ਮੈਂ ਮਾਇਆ ਕੀ ਗਲ ਫੰਦੇ। ਉਹਨਾਂ ਦੇ ਹਾਲ ਵਿੱਚ ਸੋ ਦੁੱਖ ਹੀ ਦੁੱਖ ਪਰਮਾਤਮਾ ਨੇ ਲਿਖਿਆ ਹੈ। ਇਸ ਲਈ ਉਹਨਾਂ ਦੇ ਗਲ ਵਿੱਚ ਹੰਗਤਾ ਮਮਤਾ ਕਰਕੇ ਮਾਇਆ ਦੇ ਫਾਹੇ ਪਏ ਹੋਏ ਨੇ, ਜਾਂ ਮਾਇਆ ਦੀ ਹਉਮੈ ਦੇ ਫੰਦੇ ਪਏ ਹੋਏ ਹਨ। ਜਿਸ ਰਾਮ ਨਾਮ ਨਾਹੀ ਮਤ ਗੁਰਮਤਿ। ਜਿਸ ਮਨੁੱਖ ਦੀ ਬੁੱਧ ਵਿੱਚ ਗੁਰਾਂ ਦੀ ਸਿੱਖਿਆ ਦੁਆਰਾ ਰਾਮ ਪਰਮੇਸ਼ਰ ਦਾ ਨਾਮ ਪ੍ਰਾਪਤ ਨਹੀਂ ਹੋਇਆ, ਸੋ ਜਾਮਪੁਰ ਬੰਦ ਚਲਾਇਆ। ਉਹ ਮਨੁੱਖ ਯਮਦੂਤਾਂ ਦੀ ਪੁਰੀ ਯਮਪੁਰੀ ਵੱਲ ਬੰਨ ਕੇ ਤੋਰਿਆ ਜਾਵੇਗਾ। ਗੁਰ ਬਿਨਾ ਮੋਖ ਮੁਕਤਾ ਕਿਉ ਪਾਈਐ। ਇਹ ਭਾਈ, ਗੁਰਾਂ ਤੋਂ ਬਿਨਾ 4 ਪ੍ਰਕਾਰ ਦੀਆਂ ਮੁਕਤੀਆਂ ਤੇ ਕੇਵਲ ਮੁਕਤੀ ਨੂੰ ਕਿਵੇਂ ਪ੍ਰਾਪਤ ਕਰੀਏ? ਭਾਵ ਨਹੀਂ ਪ੍ਰਾਪਤ ਹੋ ਸਕਦੀਆਂ। ਇਸੇ ਪ੍ਰਕਾਰ ਗੁਰ ਬਿਨਾ ਮੋਖ ਮੁਕਤਾ ਕਿਉ ਪਾਈਐ। ਗੁਰਾਂ ਤੋਂ ਬਗੈਰ ਬੰਧਨਾਂ ਤੋਂ ਛੁੱਟ ਕੇ ਮੁਕਤੀ ਨੂੰ ਕਿਵੇਂ ਪ੍ਰਾਪਤ ਕਰ ਸਕੀਏ? ਭਾਵ ਨਹੀਂ ਪ੍ਰਾਪਤ ਕਰ ਸਕੀਦਾ। ਬਿਨ ਗੁਰ ਰਾਮ ਨਾਮ ਕਿਉ ਧਿਆਈਐ। ਗੁਰੂ ਸਾਹਿਬ ਜੀ ਤੋਂ ਬਿਨਾਂ ਪਰਮੇਸ਼ਰ ਦੇ ਨਾਮ ਨੂੰ ਕਿਵੇਂ ਧਿਆ ਸਕੀਦਾ ਹੈ? ਭਾਵ ਨਹੀਂ ਧਿਆਇਆ ਜਾ ਸਕਦਾ। ਗੁਰਮਤਿ ਲੇਹੁ ਤਰਹੁ ਭਾਵ ਦੋਤਾਰਾ। ਇਸ ਕਰਕੇ ਹੀ ਭਾਈ, ਗੁਰਾਂ ਦੀ ਸਿੱਖਿਆ ਲੈਣਾ ਕਰੋ ਅਤੇ ਕਠਿਨਦਾਈ ਨਾਲ ਤਰਨ ਵਾਲੇ ਸੰਸਾਰ ਸਮੁੰਦਰ ਤੋਂ ਤਰਨਾ ਕਰੋ। ਮੁਕਤ ਭਏ ਸੁਖ ਪਾਇਆ। ਜੋ ਗੁਰਮਤਿ ਪ੍ਰਾਪਤ ਕਰਕੇ ਸਿਮਰਨ ਭਜਨ ਕਰਦੇ ਹਨ, ਉਹ ਸੰਸਾਰਕ ਬੰਧਨਾਂ ਤੋਂ ਮੁਕਤ ਹੋਏ ਹਨ ਅਤੇ ਉਹਨਾਂ ਨੇ ਸੁਖ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ। ਗੁਰਮਤਿ ਕ੍ਰਿਸ਼ਨ ਗੋਵਰਧਨ ਧਾਰੇ। ਗੁਰਾਂ ਦੀ ਸਿੱਖਿਆ ਨੂੰ ਧਾਰਨ ਕਰਕੇ ਹੀ ਕ੍ਰਿਸ਼ਨ ਭਗਵਾਨ ਨੇ ਗੋਵਰਧਨ ਪਰਬਤ ਨੂੰ ਆਪਣੀ ਛੋਟੀ ਉਂਗਲ ਚੀਚੀ ਉੱਪਰ ਧਾਰਨ ਕੀਤਾ ਸੀ। ਭਾਵ ਕ੍ਰਿਸ਼ਨ ਜੀ ਨੇ ਦੁਰਭਾਸ਼ਾ ਜੀ ਤੋਂ ਆਤਮਿਕ ਵਿਦਿਆ ਪ੍ਰਾਪਤ ਕੀਤੀ ਸੀ ਅਤੇ ਸੰਦੀਪਨ ਜੀ ਤੋਂ ਸ਼ਸਤਰ ਵਿਦਿਆ ਪ੍ਰਾਪਤ ਕੀਤੀ ਸੀ। ਇਉਂ ਗੁਰਮਤਿ ਧਾਰਨ ਕੀਤੀ ਸੀ। ਜਾਂ ਜਿਹੜੀ ਗੁਰਮਤਿ ਗੁਰਾਂ ਦੀ ਸਿੱਖਿਆ ਹੈ, ਗੁਰਮਤਿ ਸਾਇਰ ਪਾਹਣ ਤਾਰੇ। ਉਹ ਗੁਰਾਂ ਦੀ ਸਿੱਖਿਆ ਧਾਰਨ ਕਰਕੇ ਹੀ ਸਮੁੰਦਰ ਉੱਪਰ ਪੱਥਰ ਧਾਰ ਦਿੱਤੇ ਸਨ ਸ੍ਰੀ ਰਾਮਚੰਦਰ ਜੀ ਮਹਾਰਾਜ ਨੇ। ਜਾਂ ਜਿਸ ਕ੍ਰਿਸ਼ਨ ਜੀ ਨੇ ਆਪਣੀ ਉਂਗਲ ਉੱਪਰ ਪਰਬਤ ਚੁੱਕਿਆ ਸੀ, ਉਸ ਨੇ ਵੀ ਗੁਰਮਤਿ ਧਾਰਨ ਕੀਤੀ ਹੋਈ ਸੀ।
ਜਿਸ ਰਾਮਚੰਦਰ ਜੀ ਨੇ ਸਮੁੰਦਰ 'ਤੇ ਪੱਥਰ ਤਾਰੇ ਸਨ, ਉਸਨੇ ਵੀ ਗੁਰਮਤਿ ਹੀ ਧਾਰਨ ਕੀਤੀ ਹੋਈ ਸੀ। ਧੰਨੇ ਨੇ ਵੀ ਭਾਵੇਂ ਉਹਦਾ ਗੁਰੂ ਅਧੂਰਾ ਅਤੇ ਪਖੰਡੀ ਸੀ, ਪਰ ਉਹਨੇ ਆਪਦੇ ਗੁਰੂ 'ਤੇ ਭਰੋਸਾ ਕਰਕੇ ਵੇਖੋ ਠਾਕੁਰ ਦੀ ਪੂਜਾ ਕੀਤੀ ਅਤੇ ਉਹ ਪੱਥਰ ਦੇ ਵਿੱਚੋਂ ਭਗਵਾਨ ਪ੍ਰਗਟ ਹੋ ਗਏ। ਇਸ ਲਈ ਗੱਲ ਤਾਂ ਭਾਵਨਾ ਦੀ ਆ। ਆਪਾਂ ਗੁਰੂ ਦੇ ਸਿੱਖ ਕਹਾਉਂਦੇ ਆ। ਸਾਡੀ ਗੁਰਮਤਿ ਕੀ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ ਕਿ ਪਹਿਲੀ ਗੱਲ ਤਾਂ ਗਾਤਰਾ ਪਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਪੰਜਾਂ ਕਾਰਾਂ ਦੀ ਰਹਿਤ ਰੱਖੋ, ਫਿਰ ਸ੍ਰੀ ਗੁਟਕਾ ਸਾਹਿਬ ਫੜੋ ਅਤੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਦੀ ਆਨੰਦ ਸਾਹਿਬ, ਅੰਮ੍ਰਿਤ ਵੇਲੇ 5 ਬਾਣੀਆਂ ਦਾ ਪਾਠ, ਜਦ ਸੂਰਜ ਛਿਪਦਾ ਤਾਂ ਸੁਧ ਰਹਿਰਾਸ ਅਤੇ ਰਾਤ ਨੂੰ ਆਰਤੀ। ਘੱਟੋ ਘੱਟ ਇਹਨਾਂ ਨਿਤਨੇਮ ਤਾਂ ਕਰੋ। 2 ਟਾਈਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ, ਸੰਗਤ ਹੋਵੇ। ਗੁਰਮਤਿ ਲੇਹੋ ਪਰਮ ਪਦ ਪਾਈਐ। ਜੇ ਤੁਸੀਂ ਇਹ ਗੁਰਮਤਿ ਗੁਰਾਂ ਦੀ ਸਿੱਖਿਆ ਲੈਣੀ ਕਰੋਗੇ ਤਾਂ ਇਸ ਨਾਲ ਕੇਵਲ ਮੋਖ ਤੁਰਿਆ ਪਦਰੋ ਪਦਵੀ ਪ੍ਰਾਪਤ ਕਰ ਲਈ ਦੀ ਹੈ। ਨਾਨਕ ਗੁਰ ਭਰਮ ਚੁਕਾਇਆ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਨੇ ਗੁਰਮਤਿ ਧਾਰਨ ਕੀਤੀ ਹੈ ਉਹਨਾਂ ਦਾ ਗੁਰਾਂ ਨੇ ਸਾਰਾ ਭਰਮ ਚੁਕਾ ਦਿੱਤਾ ਹੈ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਨਾਮ ਤਾਂ ਬਥੇਰੇ ਦਿੰਦੇ ਨੇ। ਸਰਸੇ ਵਾਲਾ ਵੀ ਬੈਠਾ ਹੈ, ਰਾਧਾ ਸੁਆਮੀ ਵਾਲੇ ਵੀ ਗੁਰਮੁਖ ਨੇ, ਆਪਦੀ ਜਗ੍ਹਾ 'ਤੇ ਉਹ ਵੀ ਠੀਕ ਨੇ, ਅਤੇ ਹੋਰ ਵੀ ਬਥੇਰੇ ਹਨ ਨਾਮਧਾਰੀ ਗੁਰਮੁਖ ਨੇ, ਨਸ਼ਹਿਰੇ ਵਾਲੇ। ਇਸ ਤਰ੍ਹਾਂ ਬਥੇਰੇ ਲੋਕ ਹਨ ਜਿਹੜੇ ਨਾਮ ਦਿੰਦੇ ਨੇ, ਪਰ ਆਪਾਂ ਨੇ ਗੁਰਮਤਿ ਦੁਆਰਾ ਨਾਮ ਲੈਣਾ ਹੈ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਨਾਮ ਪੰਜਾਂ ਪਿਆਰਿਆਂ ਨੂੰ ਅਥਾਰਟੀ ਹੈ ਗੁਰੂ ਘਰ ਵੱਲੋਂ। ਜਿੰਨੇ ਵੀ ਤਖਤ ਨੇ, ਗੁਰਦੁਆਰੇ ਨੇ, ਉੱਥੇ ਇਕੱਲਾ ਬੰਦਾ ਨਹੀਂ ਹੁੰਦਾ, 5 ਪਿਆਰੇ ਹੁੰਦੇ ਨੇ। ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਖੜ੍ਹ ਕੇ ਉਹ ਵਾਹਿਗੁਰੂ ਵਾਹਿਗੁਰੂ ਦ੍ਰਿੜ ਕਰਾਉਂਦੇ ਨੇ। 5 ਵਾਰ ਮੂਲ ਮੰਤਰ, 5 ਵਾਰ ਵਾਹਿਗੁਰੂ ਮੰਤਰ। ਫਿਰ ਇਹ ਗੁਰੂ ਦੀ ਸਿੱਖਿਆ ਨਾਲ ਨਾਲ ਬਾਣੀ ਵੀ ਪੜ੍ਹੋ। ਇਹ ਗਾਈਡੈਂਸ, ਜਿਵੇਂ ਕਿਸੇ ਬਾਬੇ ਕੋਲ ਕਥਾ ਸੁਣੀ ਦੀ ਹੈ, ਸਾਡਾ ਬਾਬਾ ਇੱਕੋ ਹੀ ਹੈ ਗੁਰੂ ਗ੍ਰੰਥ ਸਾਹਿਬ, ਆਪਾਂ ਵੀ ਇੱਥੋਂ ਹੀ ਸਿੱਖਿਆ ਅਤੇ ਤੁਸੀਂ ਵੀ ਇੱਥੇ ਹੀ ਆਓ। ਮਹਾਰਾਜ ਤੋਂ ਖੁਦ ਆਪ ਪੜ੍ਹੋ, ਵਿਚਾਰੋ, ਆਪਦੇ ਘਰ ਕਿਤਾਬਾਂ ਰੱਖੋ, ਭਾਈ ਵੀਰ ਸਿੰਘ ਡਾਕਟਰ ਸਾਹਿਬ ਦੀਆਂ, ਕੋਈ ਹੋਰ ਜਿਹੜੇ ਵਿਦਵਾਨ ਤੁਹਾਨੂੰ ਚੰਗੇ ਲੱਗਦੇ ਨੇ ਉਹਨਾਂ ਦੁਆਰਾ ਗੁਰਬਾਣੀ ਦਾ ਗਿਆਨ ਹਾਸਲ ਕਰੋ। ਅੱਜ ਕੱਲ੍ਹ ਤਾਂ ਨੈੱਟ ਦਾ ਜ਼ਮਾਨਾ, ਪੈਸੇ ਪਾਓ 100-150 ਰੁਪਈਆ, ਜੋ ਮਰਜ਼ੀ ਗਿਆਨ ਲਈ ਜਾਓ। ਜੇ ਚੰਗੇ ਪਾਸੇ ਮਨ ਲੱਗ ਜਾਏ ਤਾਂ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ। ਘਰ ਬੈਠੇ ਹੀ ਸਭ ਕੁਝ ਤੁਸੀਂ ਸੁਣ ਸਕਦੇ ਹੋ, ਪ੍ਰਾਪਤ ਕਰ ਸਕਦੇ ਹੋ। ਇਸ ਵਾਸਤੇ ਜੇ ਨਾਮ ਜਪਣਾ ਹੈ ਤਾਂ ਗੁਰਮਤਿ ਦੇ ਦੁਆਰਾ ਜਪਣਾ ਹੈ। ਜੇ ਰੱਬ ਦੇ ਦਰਸ਼ਨ ਕਰਨੇ ਨੇ ਤਾਂ ਆਪਦੇ ਗੁਰੂ ਗ੍ਰੰਥ ਸਾਹਿਬ 'ਚੋਂ ਕਰਨੇ ਨੇ। ਜਿਹੜਾ ਕੋਈ ਆਖੇ ਆ ਮੈਂ ਤੈਨੂੰ ਰੱਬ ਨਾਲ ਮਿਲਾਵਾਂ, ਨੂੰ ਕਿਹਾ ਵੀ ਤੇਰੇ ਰੱਬ ਨੂੰ ਨਹੀਂ ਆਪਾਂ ਮਿਲਣਾ, ਤੇਰਾ ਰੱਬ ਕੀ ਪਤਾ ਕਿਸ ਤਰ੍ਹਾਂ ਦਾ ਹੋਊਗਾ। ਅਸੀਂ ਤਾਂ ਆਪਦੇ ਗੁਰੂ ਦੇ ਰਾਹੀਂ ਰੱਬ ਨਾਲ ਮਿਲਣਾ। ਹੁਣ ਕਿਸੇ ਦਾ ਕੀ ਭਰੋਸਾ, ਉਹ ਕਿਸ 'ਤੇ ਮਰਜ਼ੀ ਲਿਜਾ ਕੇ ਧੋਖਾ ਦੇ ਦੇਵੇ। ਦੁਨੀਆ ਝੂਠ ਬੋਲਦੀ ਹੈ। ਹੁਣ ਆਪਾਂ ਅਣਜਾਣ ਬਾਂਹ ਤੋਂ ਫੜ ਕੇ ਸਾਨੂੰ ਲੈ ਜਾਏ ਅਤੇ ਲਿਜਾ ਕੇ ਕਿਤੇ ਜੰਗਲ 'ਚ ਛੱਡ ਦੇਵੇ। ਰੱਬ ਤਾਂ ਕੀ ਮਿਲਾਉਣਾ, ਪਹਿਲੇ ਤੋਂ ਵੀ ਜਾਈਏ। ਪੰਜਾਬ ਬੜਾ ਖੁਸ਼ਹਾਲ ਹੈ, ਇੱਥੇ ਫਸਲ ਬੜੀ ਹੁੰਦੀ ਹੈ, ਲੋਕਾਂ ਘਰ ਕਣਕ ਬੜੀ ਹੈ, ਆਹ ਮੱਝਾਂ ਗਾਵਾਂ ਦਾ ਦੁੱਧ ਬੜਾ ਹੈ। ਉਹ ਮੇਰੇ ਵਰਗੇ ਟੁੱਕੜ ਬੋਝ ਆਉਂਦੇ ਨੇ ਬਿਹਾਰ ਤੋਂ, ਬੰਗਾਲ ਤੋਂ, ਨੇ ਕਿੱਥੋਂ ਕਿੱਥੋਂ, ਅਤੇ ਮਾਈਆਂ ਬੀਬੀਆਂ ਸਾਡੀਆਂ ਉਹਨਾਂ ਦੇ ਮਗਰ। ਅਸੀਂ ਆਪਦੀ ਜ਼ਮੀਨ ਵੀ ਉਹਨਾਂ ਨੂੰ ਦਿੰਦੇ ਹਾਂ, ਉਹਨਾਂ ਨੂੰ ਦੁੱਧ ਪਾਣੀ ਵੀ, ਕਣਕ ਵੀ, ਪੈਸੇ ਵੀ ਦੇ ਕੇ ਆਪਦਾ ਆਪ ਲੁਟਾ ਕੇ ਅਤੇ ਉਹ ਤੁਰਦੇ ਲੱਗਦੇ ਨੇ। ਪਤਾ ਉਦੋਂ ਲੱਗਦਾ ਜਦੋਂ ਸਭ ਕੁਛ ਹੀ ਖਤਮ ਹੋ ਜਾਂਦਾ। ਇਹ ਸੋਚੀਦਾ ਵੀ ਉਹ ਬਾਬਾ ਇਸ ਤਰ੍ਹਾਂ ਦਾ ਸੀਗਾ। ਅਤੇ ਇਸ ਲਈ ਜੇ ਸਿੱਧਾ ਹੀ ਗੁਰਬਾਣੀ ਨਾਲ ਜੁੜੀਏ, ਇਹ ਤਾਂ ਲੋਟੂ ਟੋਲਾ ਹੈ। ਕਿਉਂਕਿ ਵਾਹਿਗੁਰੂ ਦਾ ਨਾਮ ਇੱਕ ਸ਼ਾਂਤ ਕਰਨ ਵਾਲਾ, ਨਾਮ ਦੇ ਨਾਲ ਇਨਸਾਨ ਜੁੜਦਾ ਹੈ।
ਤੋ ਨਾਮ ਦੇ ਲਾਲਚ ਕਰਕੇ ਆਪਾਂ ਦੁਨੀਆ ਦੇ ਪਿੱਛੇ ਲੱਗ ਤੁਰਦੇ ਹਾਂ, ਜਿਸ ਕਰਕੇ ਧੋਖਾ ਮਿਲਦਾ ਹੈ। ਮਹਾਰਾਜ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ 'ਚ ਨਾਮ ਲਿਖ ਕੇ ਦਿੱਤਾ ਹੈ। ਕਿਸੇ ਕੋਲੋਂ ਸੁਣਨ ਦੀ ਲੋੜ ਨਹੀਂ, ਕਿਸੇ ਐਰੇ ਗੈਰੇ ਦੇ ਪਿੱਛੇ ਲੱਗਣ ਦੀ ਲੋੜ ਨਹੀਂ। ਗੁਰੂ ਘਰ ਦੇ ਵਿੱਚ ਵੇਖੋ, ਜਿੱਥੇ ਵੀ ਗੁਰਦੁਆਰੇ ਹਨ ਸਭਨਾ ਜਗ੍ਹਾ 'ਤੇ ਸਤਸੰਗਤ ਹੁੰਦੀ ਹੈ। ਇੱਥੇ ਆਪਦੇ ਘਰੋਂ ਆਈਏ, ਜਿੰਨਾ ਸਮਾਂ ਗੁਰਮਤਿ ਦੇ ਦੁਆਰਾ ਨਾਮ ਨੂੰ ਜਪਣਾ ਕਰੀਏ। ਵਾਹਿਗੁਰੂ ਕੇ ਮੰਤਰ ਬਿਨ ਜਪੈ ਔਰ ਕੋਈ ਜਾਪ, ਸੋ ਸਾਖਤ ਸਿੱਖ ਮੂਲ ਨੇ ਬਚਨ ਸ੍ਰੀ ਮੁਖ ਵਾਗ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਸਾਡਾ ਦੇਹਧਾਰੀ ਗੁਰੂ ਪੰਜ ਪਿਆਰੇ ਹੀ ਨੇ, ਦੇਹਧਾਰੀ ਤਾਂ ਹਨ ਸਾਰੇ ਪੰਜੇ ਮਿਲ ਕੇ ਹੀ ਨਾਮ ਜਪਾਉਂਦੇ ਨੇ। ਇਸੇ ਤਰ੍ਹਾਂ ਗ੍ਰੰਥੀ ਸਿੰਘ ਸੇਵਾਦਾਰਾਂ ਦੀਆਂ ਡਿਊਟੀਆਂ ਨੇ ਕਿ ਉਹ ਸੰਗਤਾਂ ਨੂੰ ਉੱਚੀ ਬੋਲ ਕੇ ਮਹਾਰਾਜ ਦਾ ਨਾਮ ਬਾਣੀ ਨੂੰ ਸੁਣਾਉਣ। ਪਰ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੀ ਹੈ ਨਾ ਸਾਡਾ ਸਾਰਿਆਂ ਦਾ। ਇਸ ਲਈ ਗੁਰਮਤ ਲੇਹੋ ਪਰਮ ਪਦ ਪਾਈ ਹੈ। ਜੇ ਤੁਸੀਂ ਗੁਰਾਂ ਦੀ ਸਿੱਖਿਆ ਲਓਗੇ, ਇਹਦੇ ਨਾਲ ਹੀ ਕੇਵਲ ਮੁਕਤੀ ਤੁਰਿਆ ਪਦ ਰੂਪੀ ਪਦਵੀ ਨੂੰ ਪ੍ਰਾਪਤ ਕਰੋਗੇ। ਨਹੀਂ ਤਾਂ ਜੋ ਕੁਛ ਤੁਹਾਡੇ ਪੱਲੇ ਹੈ ਉਹ ਵੀ ਉਹ ਪਖੰਡੀ ਸਾਧ ਲੁੱਟ ਕੇ ਲੈ ਜਾਣਗੇ। ਨਾਨਕ ਗੁਰ ਭਰਮ ਚੁਕਾਇਆ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਭਰਮ ਚੁਕਾ ਦਿੱਤਾ ਹੈ। ਜਿਨ੍ਹਾਂ ਨੇ ਗੁਰਮਤਿ ਧਾਰਨ ਕੀਤੀ ਹੈ ਉਹਨਾਂ ਦਾ ਸਾਰਾ ਪੜਦਾ ਚੁਕਾ ਦਿੱਤਾ ਹੈ ਕਿ ਕੋਈ ਵੀ ਸਮਰੱਥ ਨਹੀਂ ਹੈ ਪ੍ਰਮਾਤਮਾ ਦੇ ਦਰ 'ਤੇ ਪਹੁੰਚਾਉਣ ਲਈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਸੱਚੇ ਗੁਰੂ ਤੋਂ ਬਗੈਰ ਮੁਕਤੀ ਨਹੀਂ ਜੇ ਮਿਲਣੀ। ਸ੍ਰੀ ਗੁਰੂ ਅਮਰਦਾਸ ਜੀ ਵੇਖੋ ਗੰਗਾ ਨਹਾਉਣ ਜਾਂਦੇ ਰਹੇ ਹਰ 6 ਮਹੀਨੇ ਬਾਅਦ, ਪਰ ਜਦ ਉਹਨਾਂ ਨੂੰ ਸ਼ਾਂਤੀ ਮਿਲੀ, ਮੁਕਤੀ ਮਿਲੀ ਤਾਂ ਗੁਰਦੁਆਰੇ ਮਿਲੇ। ਉਹ ਗੁਰਦੁਆਰੇ ਦੇ ਬੰਦੇ ਨਹੀਂ ਸਨ, ਉਹ ਗੰਗਾ ਦੇ ਸ਼ਰਧਾਲੂ ਸੀਗੇ, ਗੰਗਾ ਨਹਾਉਣ ਜਾਂਦੇ ਹੁੰਦੇ ਸੀ। ਪਰ ਮਹਾਰਾਜ ਦੀ ਕਿਰਪਾ ਹੋਈ, ਉਹਨਾਂ ਨੂੰ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚੋਂ ਸ਼ਾਂਤੀ ਅਤੇ ਪਰਮ ਪਦਵੀ ਮਿਲੀ। ਇਸੇ ਤਰ੍ਹਾਂ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ, ਉਹਨਾਂ ਨੂੰ ਕੀ ਪਤਾ ਕਿ ਗੁਰੂ ਘਰ ਕਿੱਥੇ ਹੈ, ਕੌਣ ਗੁਰੂ ਮਹਾਰਾਜ, ਬਾਣੀ ਕੈਸੀ ਹੈ। ਉਹ ਸੰਗਤ ਦੇ ਕੋਲੋਂ ਕੀਰਤਨ ਸੁਣਿਆ ਤਾਂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਏ ਤਾਂ ਉਹਨਾਂ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਈ। ਜਿਹੜੇ ਪਾਵਨ ਸ੍ਰੀ ਲਹਿਣਾ ਜੀ ਸੀ ਉਹ ਵੀ ਤਾਂ ਜਵਾਲਾਮੁਖੀ ਨੂੰ ਸੰਗ ਲੈ ਕੇ ਜਾ ਰਹੇ ਸਨ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਦ ਦਰਸ਼ਨ ਕੀਤੇ ਪਤਾ ਲੱਗਾ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਿਹੜੀ ਦੇਵੀ ਦਰਬਾਰ ਦੇ ਵਿੱਚ ਝਾੜੂ ਫੇਰ ਰਹੀ ਹੈ ਤੇ ਕਿਉਂ ਨਾ ਆਪਾਂ ਹੀ ਸਿੱਧਾ ਹੀ ਮਹਾਰਾਜ ਦੇ ਕੋਲੋਂ ਮੰਗ ਲਈਏ, ਕਿੰਨਾ ਚੰਗਾ ਹੋਵੇ। ਹੈ ਸਾਵਰੇ ਰੱਬ ਦੇ ਭਗਤ ਨੇ, ਦੇਵੀ ਦੇਵਤੇ ਪੀਰ ਫਕੀਰ ਔਲੀ ਅਵਤਾਰ, ਪਰ ਜਿਹੜਾ ਨਾਮ ਉਹਨਾਂ ਨੇ ਜਪਿਆ ਤੁਸੀਂ ਖੁਦ ਆਪ ਜਪੋ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਭਾਣੇ ਦਾ ਮਤਲਬ ਹੁਕਮ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਈ ਜੀਓ। ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਇਹ ਮਹਾਰਾਜ ਨੇ ਭਰਮ ਚੁਕਾ ਦਿੱਤਾ। ਮੁਕਤੀ ਜਿਹੜੀ ਹੈ ਜਿੱਥੇ ਮਰਜ਼ੀ ਭੱਜ ਦੌੜ ਕਰ ਲਓ, ਤੁਹਾਨੂੰ ਮਿਲੂਗੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਮਿਲੋਗੇ। ਆ ਜਿਹੜਾ ਬੰਦਾ ਸਿੰਘ ਬਹਾਦਰ ਸੀਗਾ, ਇਹ ਕੋਈ ਸਿੱਖ ਥੋੜੋ ਸੀਗਾ, ਗੁਰਦੁਆਰੇ ਦਾ ਬੰਦਾ ਤਾਂ ਹੈ ਹੀ ਨਹੀਂ, ਤਾਂ ਹਿੰਦੂ ਸੀਗਾ। ਮਾਧੋ ਦਾਸ ਇੱਕ ਵੈਰਾਗੀ ਸਾਧ ਸੀਗਾ, ਪਰ ਜਦ ਉਹਨੇ ਕਲਗੀਧਰ ਦੇ ਦਰਸ਼ਨ ਕੀਤੇ ਉਹਨੂੰ ਪਤਾ ਲੱਗਾ ਵੀ ਜੋ ਕੁਛ ਹੈ ਤਾਂ ਇਹਨਾਂ ਦੇ ਚਰਨਾਂ ਵਿੱਚ ਹੀ ਹੈ। ਫਿਰ ਉਹਨੇ ਕਿਹਾ ਮੈਨੂੰ ਅੰਮ੍ਰਿਤ ਛਕਾਓ। ਮਹਾਰਾਜ ਨੇ ਅੰਮ੍ਰਿਤ ਛਕਾਇਆ। ਕਹਿੰਦੇ ਸੇਵਾ ਦੱਸੋ, ਕਹਿੰਦੇ ਮੈਂ ਦੱਸਣੀ ਹੈ। ਉਹ ਭਲਿਓ ਮਾਨਸੋ, ਤੁਸੀਂ ਸਾਧ ਬਣ ਗਏ ਤੇ ਗੋਦਾਵਰੀ ਦੇ ਕੰਢੇ 'ਤੇ ਆਪਦੀ ਜ਼ਿੰਦਗੀ ਬਰਬਾਦ ਕਰ ਰਹੇ ਹੋ। ਮਾਫ਼ ਕਰਨਾ, ਭਾਵੇਂ ਉਹ ਜਪ ਤਪ ਕਰਦਾ ਸੀਗਾ ਪਰ ਭੂਤ ਪ੍ਰੇਤੀ ਵਸ ਕੀਤੇ ਹੋਏ ਸੀ, ਕੋਈ ਫਾਇਦਾ ਥੋੜ੍ਹਾ। ਦੁਨੀਆ ਵਿੱਚ ਜਾਓ, ਵੇਖੋ ਦੁਨੀਆ ਨੂੰ ਕੁੱਟ ਪੈ ਰਹੀ, ਮਾਰ ਪੈ ਰਹੀ, ਉੱਥੇ ਕਤਲੇਆਮ ਹੋ ਰਿਹਾ। ਸਾਹਿਬਜ਼ਾਦਿਆਂ ਦੇ ਉੱਪਰ ਕਿੰਨਾ ਜ਼ੁਲਮ ਹੋਇਆ। ਸਾਡੀ ਬੁੱਢੀ ਮਾਂ ਨੂੰ ਵੇਖੋ, ਉਹਨਾਂ ਸ਼ਹੀਦ ਕਰ ਦਿੱਤਾ। ਕਿੰਨੀਆਂ ਸੇਵਾਵਾਂ ਨੇ, ਤੇ ਮੈਂ ਤੁਹਾਨੂੰ ਦੱਸਾਂ ਵੀ ਸੇਵਾ ਕਰਨੀ ਹੈ। ਗੁਰੂ ਮਹਾਰਾਜ ਪਹਿਲਾਂ ਸ੍ਰੀ ਸਾਹਿਬ ਬਖਸ਼ਣ ਲੱਗੇ, ਖਾਲਸੇ ਨੇ ਗੁੱਟ ਫੜ ਲਿਆ ਵੀ ਇਹ ਖਾਲਸੇ ਦੀ ਹੈ।
तो श्री गुरु ग्रंथ साहिब अगे महाराज ने मत्था टेक दिता। फिर 5 तीर बंदा सिंह नूं बख्शे। वेखो किन्नी उन्हें इस महान सेवा की थी ते गुरु साहिब दीयां खुशियां लईयां। बाहरों बंदे आके सिख बन के गुरु साहिब की प्रसन्नता लै रहे हैं। आप इत्थे जम के पढ़ लिख के चंगे भले सूझ बूझ वाले खांदे इत्थों आ पहनदे इत्थों आ। अरदासां साड़ियां इत्थे सुनी दियां, दौड़े असीं किसी होर पासे फिरदे। कौन चंगा आखेगा। एक सत बगाना साध जिहड़ा जोगी भगवें कपड़े वाला वो गोंदवाल साहब आया, कहंदा जी मैनू मुक्ति बख्शो। महाराज कहंदे भी ओं कर, इंज मुक्ति नहीं मिलनी, मुक्ति मिलनी है जुगती नाल। तैनूं इत्थे गुरुद्वारे रहना पऊगा, पर हुण तां रब ने तेरी उम्र पूरी कर दित्ती है, सारी उम्र तां तूं तुरिया फिरदा रहा। कहंदा जी हुण फिर दसो। महाराज कहंदे भी अरदास कर कि मेरा गुरु घर दे विच जन्म होवे, सिखां दे घर, इत्थे साडे घर आ। तां उन्हें अरदास कीती, जप तप दे बल नाल वो चढ़ाई कर गया। फिर गुरु अमरदास जी का पोतरा बन के जम्मिया। जब महाराज नूं खबर मिली भी तुहाडे घर पोतरा होया, नाम रखो। महाराज कहंदे इहदा नाम होया आनंद। आनंद द्वैत तो रहत अवस्था का नाम आनंद है। कहंदा जी मैनूं आनंद चाहिदा, सुख चाहिदा, मुक्ति चाहिदी। ते महाराज कहंदे आ बई हुण तैनूं आनंद दिन्ने। जब बच्चे नूं दर्शन कराए, गुरु साहिब दे चरनी लाया, तो गुरु साहिब ने आनंद साहिब का पाठ उचारिया। विद्वान कहते भी 38 पौड़ियाँ गुरु अमरदास ने उचारियाँ, 2 पौड़ियाँ गुरु अर्जन साहिब ने पूरियां कीतियां, 40 पौड़ियाँ आनंद साहिब गुरु जी ने लिख के दिता। भाई बल्लू नूं आख्या कोठे चढ़ ते ढोल फड़। उदों स्पीकर नहीं सी हुंदे, नहीं तो सारे पिंड 'च स्पीकर महाराज ने ला देने से, कहना सी कीर्तन करो। गुरु साहब ने आख्या भी लोगों को कोठे ते चढ़ के कीर्तन सुना, सारे नूं पता लगना चाहिए ये बाणी दे कीर्तन का। तो ढोल के डगे ना 40 पौड़ी आनंद साहब पढ़िया कीर्तन के रूप दे। वो जोगी गुरुद्वारे आया तो महाराज के कोलों आनंद मिलिया। तो आप कितों आनंद लभदे हैं बई? संतोखे जोगी बारे तो तुसीं सारे ही जानते हो, ये इतिहास है साडा। गुरुद्वारा संतोख सैर जब महाराज ने हरमंदिर साहब तो भी पहलों का है, अमृत सरोवर तो भी पहलों का संतोख सर है। उतों जोगी का मट निकलिया सी, वो सतयुग का कहता भी मैं डीक रहा जी, तो हुण कृपा करो मैनू मुक्ति बख्शो। तो आप कहने भी गुरुद्वारे है ही कुछ नहीं, वही बाणी है, वही गुरुद्वारा सब कुछ वही। हरमंदिर साहब किहड़ा बदल गया जां संतोख सर? बंदियां दे दिमाग बदल गए, साडे ते कलयुग का प्रभाव पै गया, शरधा घट गई। ये उही बाणी है जिहदे नाल बाबे दीप सिंह ने बिना सीस तो जंग कीता। उही गुरु साहब का उपदेश जो भाई मनी सिंह ने बंद कटाया। वेखो सिद्दकी ਸਿੰਘਾਂ ने किन्नियां कुर्बानियां कीतियां, बंदे बहादुर की बोटी बोटी अगलियां नोच दी, कलेजा कढ़ के उहदे 4 साल के बेटे बाबे अजय सिंह के मुख दे विच पाया गया, पर उन्हें टस तो मस धर्म नहीं त्यागया, सिक्खी नहीं छड्डी। अज आप बिना ही किसी कारण तो, बिना तंगी तुरशी परेशानी तो वेखो गुरु घर तो दूर जा रहे, सानू कौन चंगा आखूगा। इसलिए गुरमुखो हथ बन के बेनती है, गुरां दी सिक्ख्या लवो, अमृत छको ते नितनेमी होवो, ता ही केवल मुक्ति तुरिया पद नूं तुसीं प्राप्त करोगे। ये जिहड़ा भरम सीगा ये महाराज ने चुका दिता है। जागत जोत जपै निसबासुर, एक बिना मन नैक न आनै, कि कदे लड़ लगो। जिहड़ा फिर अंतरी 5 प्रकार का भरम है वो महाराज ने वो भी चुका देना है, चुका दिता गुरमुखां दा। गुर मत लेहो तरहो सच तारी। ये भाई गुरां दी सिक्ख्या लवो, भगती रूप सच्ची किश्ती ते चढ़ के संसार समुंदर तो तर जावो। आत्म चीना हो हृदय मुरारी। अपने आप नूं जानो, इस नाल
ਪਰਮੇਸ਼ਰ ਹਿਰਦੇ ਵਿੱਚੋਂ ਹੀ ਪ੍ਰਗਟ ਹੋ ਜਾਏਗਾ। ਮੁਰਾਰੀ ਪ੍ਰਭੂ ਨੂੰ ਹਿਰਦੇ ਵਿੱਚ ਵਸਦਾ ਨਿਸ਼ਚੈ ਕਰੋ। ਜਮ ਕੀ ਫਾਹੀ ਕਾਟਾ ਹੈ ਹਰ ਜਪ। ਜਿਨ੍ਹਾਂ ਨੇ ਗੁਰਮਤਿ ਦੁਆਰਾ ਹਰੀ ਪਰਮੇਸ਼ਰ ਦਾ ਨਾਮ ਜਪ ਕੇ ਜਮਾਂ ਦੇ ਫਾਹਿਆਂ ਨੂੰ ਕੱਟ ਲਿਆ ਹੈ। ਅਕੁਲ ਨਿਰੰਜਨ ਪਾਇਆ। ਉਹਨਾਂ ਨੇ ਕੁਲਾਂ ਤੋਂ ਰਹਿਤ ਸ਼ੁੱਧ ਸਰੂਪ ਨੂੰ ਪਾਇਆ ਹੈ। ਗੁਰਮਤਿ ਪੰਜ ਸਖੇ ਗੁਰ ਭਾਈ। ਜਿਨ੍ਹਾਂ ਨੂੰ ਗੁਰਾਂ ਦੀ ਗੁਰ ਸਿੱਖਿਆ ਚੰਗੀ ਲੱਗੀ ਹੈ, ਉਹਨਾਂ ਦੇ ਪੰਜ ਸ਼ੁਭ ਗੁਣ ਸਤ ਸੰਦੋਖ ਦਇਆ ਧਰਮ ਦੇ ਵਿਚਾਰ ਉਹ ਸਕੇ ਮਿੱਤਰ ਬਣ ਜਾਂਦੇ ਨੇ। ਗੁਰਮਤਿ ਅਗਨ ਨਿਵਾਰ ਸਮਾਈ। ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਧਾਰਨ ਕੀਤੀ ਹੈ, ਉਹਨਾਂ ਨੇ ਆਪਣੀ ਤ੍ਰਿਸ਼ਨਾ ਰੂਪ ਅੱਗ ਨਿਵਰਤ ਕਰਕੇ ਪਰਮੇਸ਼ਰ ਵਿੱਚ ਲੀਨਤਾ ਪਾਈ ਹੈ। ਮਨ ਮੁਖ ਨਾਮ ਜਪਹੁ ਜਗ ਜੀਵਾਨਾ। ਹੇ ਭਾਈ, ਆਪਣੇ ਮਨ ਹਿਰਦੇ ਦੇ ਮੁਖ ਮੂੰਹ ਭਾਵ ਰਸਨਾ ਦੁਆਰਾ ਜਗਤ ਦੇ ਜੀਵਨ ਰੂਪ ਪ੍ਰਭੂ ਦਾ ਨਾਮ ਜਪਣਾ ਕਰੋ। ਮਨ ਕਰਕੇ ਵੀ ਜਪੋ, ਮੁਖ ਕਰਕੇ ਵੀ ਜਪੋ। ਹਿਰਦੇ ਅੰਤਰ ਲਖ ਲਖਾਇਆ। ਜਿਨ੍ਹਾਂ ਨੇ ਜਪਿਆ ਉਹਨਾਂ ਦੇ ਹਿਰਦੇ ਅੰਦਰ ਗੁਰਾਂ ਨੇ ਲਖਣ ਤੋਂ ਰਹਿਤ ਪ੍ਰਭੂ ਜਨਾ ਦਿੱਤਾ ਹੈ। ਗੁਰਮੁਖ ਬੁਝੈ ਸ਼ਬਦ ਪਤੀਜੈ। ਜੋ ਗੁਰਮੁਖ ਜਨ ਗੁਰਾਂ ਦੁਆਰਾ ਆਪਣਾ ਸਰੂਪ ਬੁੱਝ ਲੈਂਦੇ ਨੇ, ਉਹਨਾਂ ਦਾ ਮਨ ਗੁਰਾਂ ਦੇ ਉਪਦੇਸ਼ ਕਰਕੇ ਵਾਹਿਗੁਰੂ ਦੇ ਸਰੂਪ ਉੱਪਰ ਪਤੀਜ ਜਾਂਦਾ ਹੈ। ਉਸ ਤਤ ਨਿੰਦਾ ਕਿਸ ਕੀ ਕੀਜੈ। ਫਿਰ ਉਹ ਨਿਸ਼ਚਾ ਕਰਦੇ ਨੇ ਕਿ ਖੁਸ਼ਾਮਦ ਤੇ ਨਿੰਦਿਆ ਕਿਸੇ ਦੀ ਕੀ ਕਰਨੀ ਹੈ, ਭਾਵ ਨਿੰਦਾ ਉਸਤਤੀ ਤੋਂ ਰਹਿਤ ਹੋ ਜਾਂਦੇ ਹਨ। ਜਿਨਾ ਹੋ ਆਪ ਜਬ ਹੋ ਜਗਦੀ ਸਾਰਾ। ਇਹ ਭਾਈ ਜਗਤ ਈਸ਼ਵਰ ਪਰਮੇਸ਼ਰ ਨੂੰ ਜਪੋ ਅਤੇ ਆਪਣੇ ਆਪ ਨੂੰ ਜਾਣੋ। ਹਰ ਜਗਨਨਾਥ ਮਨ ਪਾਇਆ। ਜਿਨ੍ਹਾਂ ਨੇ ਆਪਣਾ ਆਤਮਾ ਸਰੂਪ ਜਾਣਿਆ, ਉਹਨਾਂ ਦੇ ਹਿਰਦੇ ਵਿੱਚ ਜਗਤ ਦਾ ਮਾਲਕ ਪਰਮਾਤਮਾ ਚੰਗਾ ਲੱਗਿਆ ਹੈ। ਇਉਂ ਜਗਤ ਦੇ ਮਾਲਕ ਵਾਹਿਗੁਰੂ ਦੇ ਮਨ ਵਿੱਚ ਪਾ ਗਏ ਹਨ। ਜੋ ਬ੍ਰਹਮੰਡ ਖੰਡ ਸੋ ਜਾਣਾ ਹੋ। ਹੇ ਭਾਈ, ਜੋ ਪਰਮਾਤਮਾ ਸਾਰੇ ਬ੍ਰਹਮੰਡ ਵਿੱਚ ਵਸਦਾ ਹੈ, ਉਸ ਨੂੰ ਹੀ ਆਪਣੇ ਇਸ ਟੁਕੜੇ ਵਾਲੇ ਸਰੀਰਾਂ ਵਿੱਚ ਵਸਦਾ ਜਾਣੋ। ਗੁਰਮੁਖ ਬੁਝਹੁ ਬੂਝਹੁ ਸ਼ਬਦ ਪਛਾਣਹੁ। ਮੁਖੀ ਗੁਰਾਂ ਦੀ ਸੰਗਤ ਕਰਕੇ ਗੁਰਮੁਖ ਬਣ ਕੇ ਇਸ ਭੇਤ ਨੂੰ ਸਮਝੋ ਅਤੇ ਗੁਰਾਂ ਦੇ ਉਪਦੇਸ਼ ਵਿੱਚ ਜੁੜ ਕੇ ਇਸ ਅਸਲੀਅਤ ਨੂੰ ਪਹਿਚਾਣੋ, ਜਾਂ ਮੁਖੀ ਗੁਰਾਂ ਦੇ ਸ਼ਬਦ ਨੂੰ ਪਛਾਣੋ ਅਤੇ ਆਪਣੇ ਸਰੂਪ ਨੂੰ ਬੁੱਝੋ। ਘਾਟ ਘਾਟ ਭੋਗੇ ਭੋਗਣ ਹਾਰਾ। ਸਭ ਪਦਾਰਥਾਂ ਦੇ ਭੋਗਣ ਵਾਲਾ ਹਰੀ ਘਟਾਂ ਘਟਾਂ ਸਰੀਰਾਂ ਸਰੀਰਾਂ 'ਚ ਵਿਆਪਕ ਹੋ ਕੇ ਸਭ ਰਸਾਂ ਨੂੰ ਭੋਗ ਰਿਹਾ ਹੈ। ਰਹਿ ਅਤੀਤ ਸਬਾਇਆ। ਪਰ ਸਭ ਤੋਂ ਨਿਰਲੇਪ ਰਹਿੰਦਾ ਹੈ। ਗੁਰਮਤਿ ਬੋਲਹੁ ਹਰ ਜਸ ਸੂਚਾ। ਹਾਂਜੀ, ਫਿਰ ਬੋਲੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੋਲ ਹਰ ਨਾਮ ਸਫਲ ਸਾ ਕਰੀ। ਆ ਮਾਈਆਂ ਗਾਉਣ ਗਾਉਂਦੀਆਂ ਨੇ ਨਾ, ਵਿਆਹਾਂ ਸ਼ਾਦੀਆਂ ਦੀ ਆਨੰਦ ਸਾਹਿਬ ਬੋਲੋ, ਬਾਣੀ ਦੇ ਸ਼ਬਦ ਬੋਲੋ, ਗੁਰਬਾਣੀ ਸਖੀ ਆਨੰਦ ਗਾਵੇ। ਸੱਭਿਆਚਾਰ ਦੇ ਵਿੱਚ ਖੱਚਖਾਨਾ ਨਹੀਂ ਹੋਣਾ ਚਾਹੀਦਾ। ਮਹਾਰਾਜ ਦੀ ਬਾਣੀ, ਮਹਾਰਾਜ ਦਾ ਜਸ, ਕਥਾ ਕੀਰਤਨ ਹੋਣਾ ਚਾਹੀਦਾ। ਇਸ ਲਈ ਗੁਰਮੁਖੋ, ਰੱਬ ਨੇ ਤੁਹਾਨੂੰ ਬੋਲਣ ਦੀ ਇਜਾਜ਼ਤ ਦਿੱਤੀ ਹੈ, ਗਾਉਣ ਵਜਾਉਣ ਦਿੱਤਾ ਹੈ, ਅਤੇ ਤੁਸੀਂ ਮਹਾਰਾਜ ਦੀ ਬਾਣੀ ਛੱਡ ਕੇ ਕੀ ਐਵੇਂ ਬੋਲੀ ਜਾਂਦੇ ਹੋ। ਗੁਰਾਂ ਦੀ ਸਿੱਖਿਆ ਦੁਆਰਾ ਪਵਿੱਤਰ ਕਰਨ ਵਾਲਾ ਹਰੀ ਦਾ ਕੀਰਤਨ ਬੋਲੋ। ਕੋਈ ਵਾਜੇ ਦੀਆਂ ਸੁਰਾਂ ਸਿੱਖ ਕੇ ਉਹਦੇ 'ਤੇ ਸ਼ਬਦਾਂ ਨੂੰ ਲਾਵੋ, ਤੁਹਾਡਾ ਮਨ ਪ੍ਰਸੰਨ ਹੋਵੇਗਾ। ਗੁਰਮਤਿ ਆਖੀ ਦੇਖੋ ਉੱਚਾ। ਇੱਥੇ ਆ ਪਹਿਰੇਦਾਰ,
ਆ ਗੇਟ 'ਤੇ ਖੜ੍ਹੇ ਨੇ, ਇੱਥੇ ਤੁਰੇ ਫਿਰਦੇ ਨੇ। ਕਿੰਨੇ ਗੁਰਮੁਖ ਨੇ ਸਿੱਧੇ ਸਾਦੇ, ਉਹ ਕਹਿੰਦੇ ਮੈਨੂੰ ਟਾਈਮ ਦਿਓ। ਕਿੰਨਾ ਉਹਨਾਂ ਦੇ ਮਨ 'ਚ ਸ਼ੌਂਕ, ਮਤਲਬ ਜਿੰਨਾ ਕੁ ਉਹਨਾਂ ਨੂੰ ਰੱਬ ਨੇ ਸਿਖਾਇਆ ਥੋੜ੍ਹਾ ਬਹੁਤਾ, ਉਹੀ ਉਹ ਸਪੀਕਰ ਦੇ ਵਿੱਚ ਕਿੰਨੇ ਚੰਗੇ ਲੱਗਦੇ ਨੇ ਪੜ੍ਹਦੇ ਹੋਏ। ਭਾਵੇਂ ਹੈ ਸਾਧ ਮਰਾਦਾ ਹੀ ਸਭ ਕੁਛ, ਕੋਈ ਜ਼ਰੂਰੀ ਨਹੀਂ। ਅਤੇ ਇਸ ਵਾਸਤੇ ਅਸੀਂ ਕਲਾਕਾਰ ਹੀ ਹੋਈਏ। ਰੱਬ ਨੂੰ ਖੁਸ਼ ਕਰਨਾ, ਜਿਸ ਤਰ੍ਹਾਂ ਮਰਜ਼ੀ ਬੋਲੋ, ਪਰ ਬੋਲੋ ਜ਼ਰੂਰ, ਭਾਵੇਂ ਸੁਖਮਨੀ ਸਾਹਿਬ ਵੀ ਬੋਲੀ ਜਾਓ। ਤਾਂ ਇਸ ਵਾਸਤੇ ਜੋ ਕੁਛ ਆਉਂਦਾ ਉਹ ਮਹਾਰਾਜ ਦੇ ਅੱਗੇ ਪੇਸ਼ ਕਰੋ। ਗੁਰਾਂ ਦੀ ਸਿੱਖਿਆ ਦੁਆਰਾ ਮਨ ਬੁੱਧ ਵਿਵੇਕ ਵੈਰਾਗ ਪਰੋਖ ਅਪਰੋਖ ਗਿਆਨ ਨੂੰ ਪੱਖਾਂ ਪ੍ਰਾਪਤ ਕਰਕੇ ਉਸ ਉੱਚੇ ਪ੍ਰਭੂ ਨੂੰ ਵੇਖਣਾ ਕਰੋ। ਸ਼੍ਰਵਣੀ ਨਾਮ ਸੁਣੈ ਹਰ ਬਾਣੀ। ਰੱਬ ਨੇ ਕੰਨ ਦਿੱਤੇ ਨੇ, ਇਹਨਾਂ ਨੂੰ ਨਿੰਦਿਆ 'ਚ ਨਾ ਲਾਓ। ਜੇ ਕੋਈ ਸੁਣਾਉਣਾ ਚਾਹੁੰਦਾ ਵੀ ਉਹਨੂੰ ਹੱਥ ਜੋੜ ਦਿਓ। ਜੋ ਕੰਨਾਂ ਦੁਆਰਾ ਹਰੀ ਪਰਮੇਸ਼ਰ ਦੀ ਬਾਣੀ ਨਾਮ ਨੂੰ ਸੁਣਦਾ ਹੈ ਤੇ ਜ਼ਬਾਨ ਦੁਆਰਾ ਬੋਲਦਾ ਹੈ। ਨਾਨਕ ਹਰ ਰੰਗ ਰੰਗਾਇਆ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਉਹ ਹਰੀ ਪਰਮੇਸ਼ਰ ਦੇ ਰੰਗ ਪ੍ਰੇਮ ਦੇ ਵਿੱਚ ਆਪ ਰੰਗਿਆ ਜਾਵੇਗਾ ਤੇ ਹੋਰਨਾਂ ਨੂੰ ਵੀ ਰੰਗ ਦੇਵੇਗਾ। ਇਸ ਲਈ ਸੋ ਮਹਾਰਾਜ ਦੇ ਨਾਮ ਰੰਗ ਦੇ ਵਿੱਚ ਆਪਦੇ ਮਨ ਰੂਪੀ ਚੋਲੇ ਨੂੰ ਰੰਗਣਾ ਕਰੋ। ਕਾਇਆ ਰੰਗਣ ਜੇਥੀ ਹੈ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੀ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਗੁਰਮਤਿ ਬੋਲਹੁ ਹਰ ਜਸ ਸੂਚਾ। ਗੁਰਮਤਿ ਆਖੀ ਦੇਖਹੁ ਊਚਾ। ਸ਼੍ਰਵਣੀ ਨਾਮ ਸੁਣੈ ਹਰ ਬਾਣੀ। ਨਾਨਕ ਹਰ ਰੰਗ ਰੰਗਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਅੰਗਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ